ਪਿਆਰੇ ਵਿਦਿਆਰਥੀਓ ਨਮਸਕਾਰ। ਤੁਹਾਡਾ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਬਾਲਾਜੀ ਐਜੂਕੇਸ਼ਨ ਪੁਆਇੰਟ ਦੇ ਵਿੱਚ। ਹੁਣ ਤੱਕ ਅਸੀਂ ਇਲੈਕਟ੍ਰਿਸਿਟੀ ਬੇਸਿਕ ਇਲੈਕਟ੍ਰਿਸਿਟੀ ਦੀ ਇੱਕ ਵੀਡੀਓ ਬਣਾ ਚੁੱਕੇ ਹਾਂਗੇ। ਉਸ ਵੀਡੀਓ ਨੂੰ ਦੇਖ ਕੇ ਕਾਫੀ ਪਿਆਰ ਤੁਹਾਡੇ ਵੱਲੋਂ ਮਿਲਿਆ ਹੈਗਾ। ਉਸ ਵੀਡੀਓ ਦੇ ਵਿੱਚ ਬੇਸਿਕਸ ਦੱਸੇ ਗਏ ਸੀਗੇ। ਜਿਨ੍ਹਾਂ ਨੇ ਉਹ ਵੀਡੀਓ ਨਹੀਂ ਦੇਖੀ ਪਹਿਲਾਂ ਉਹ ਵੀਡੀਓ ਦੇਖ ਲੈਣ ਪਲੀਜ਼, ਉਸ ਤੋਂ ਬਾਅਦ ਇਸ ਲੈਕਚਰ ਵੱਲ ਆਉਣ। ਲੈਕਚਰ 1 ਦੇ ਵਿੱਚ ਅਸੀਂ ਤੁਹਾਡੇ ਨਾਲ ਜੋ ਟੌਪਿਕ ਡਿਸਕਸ ਕੀਤੇ ਸੀਗੇ ਉਹਨਾਂ ਬਾਰੇ ਮੈਂ ਤੁਹਾਨੂੰ ਇੱਕ ਵਾਰ ਦੁਬਾਰਾ ਤੋਂ ਰਿਵਾਈਜ਼ ਕਰਵਾਉਣ ਲੱਗਿਆ ਹੈਗਾ। ਲੈਕਚਰ 1 ਦੇ ਵਿੱਚ ਅਸੀਂ ਜਿਹੜਾ ਰਿਵਾਈਜ਼ ਕੀਤਾ ਸੀਗਾ ਉਹ ਇਹ ਕੀਤਾ ਸੀਗਾ ਕਿ ਜਿਹੜੇ ਇਲੈਕਟ੍ਰੋਨਸ ਹੁੰਦੇ ਨੇਗੇ ਜਦੋਂ ਕਿਸੇ ਤਾਰ ਦੇ ਅੰਦਰ ਫਲੋ ਕਰਦੇ ਆ ਉਹਨਾਂ ਨੂੰ ਆਪਾਂ ਕਹਿੰਦੇ ਆਂਗੇ ਕਰੰਟ, ਅਤੇ ਕਰੰਟ ਦੇ ਜਿਹੜੇ ਯੂਨਿਟ ਹੁੰਦੇ ਆ ਉਹਨਾਂ ਨੂੰ ਆਪਾਂ ਕਹਿੰਦੇ ਆਂਗੇ ਅੰਪੇਅਰ, ਵੀ ਕਿੰਨਾ ਕਰੰਟ ਫਲੋ ਹੋ ਰਿਹਾ ਹੈਗਾ। ਅਤੇ ਜਿਹੜਾ ਪ੍ਰੈਸ਼ਰ ਕਿਸੇ ਤਾਰ ਦੇ ਅੰਦਰ ਕਰੰਟ ਨੂੰ ਫਲੋ ਕਰਵਾਉਣ ਵਾਸਤੇ, ਉਹਨੂੰ ਚਲਾਉਣ ਵਾਸਤੇ ਮਜਬੂਰ ਕਰਦਾ ਹੈਗਾ, ਉਸ ਪ੍ਰੈਸ਼ਰ ਦਾ ਨਾਮ ਹੁੰਦਾ ਵੋਲਟੇਜ। ਅਤੇ ਜਦੋਂ ਇੱਕ ਜਿਹੜਾ ਕਰੰਟ ਹੈਗਾ ਕਿਸੇ ਤਾਰ ਦੇ ਅੰਦਰ ਤੁਰਦਾ ਹੈਗਾ ਅਤੇ ਉਸ ਤੋਰ ਨੂੰ ਜਿਹੜੀ ਆਪੋਜੀਸ਼ਨ ਮਿਲਦੀ ਹੈ, ਜਿਹੜੀ ਰੋਕਣ ਵਾਲੀ ਸ਼ਕਤੀ ਮਿਲਦੀ ਹੈਗੀ, ਉਸ ਰੋਕਣ ਵਾਲੀ ਸ਼ਕਤੀ ਦਾ ਨਾਮ ਹੁੰਦਾ ਰੈਜ਼ਿਸਟੈਂਸ। ਅਤੇ ਰੈਜ਼ਿਸਟੈਂਸ ਜਿਹੜੀ ਹੁੰਦੀ ਹੈਗੀ ਉਹਦੇ ਜਿਹੜੇ ਯੂਨਿਟ ਹੁੰਦੇ ਨੇਗੇ, ਇਕਾਈ ਹੁੰਦੀ ਹੈ ਜਿਹੜੀ ਉਹਦੀ, ਉਹ ਹੁੰਦੀ ਹੈ ਓਹਮ, OHM, ਓਹਮ। ਅਤੇ ਇਹਨਾਂ ਤਿੰਨਾਂ ਦਾ ਇੱਕ ਰਿਲੇਸ਼ਨ ਪੜ੍ਹਿਆ ਸੀਗਾ। ਉਹ ਰਿਲੇਸ਼ਨ ਸੀਗਾ ਵੋਲਟੇਜ ਬਰਾਬਰ ਹੈ ਕਰੰਟ ਮਲਟੀਪਲਾਈ ਬਾਏ ਰੈਜ਼ਿਸਟੈਂਸ, ਕਿ ਜਿਹੜੀ ਵੋਲਟੇਜ ਹੈ ਸਾਡੀ ਦੈਟ ਇਜ਼ ਇਕੁਅਲ ਟੂ I ਕਰੰਟ ਗੁਣਾ R। ਇਸ ਰਿਲੇਸ਼ਨ ਦੇ ਵਿੱਚ ਅਸੀਂ ਕੁਝ ਕੁਐਸ਼ਚਨਸ ਵੀ ਡਿਸਕਸ ਕੀਤੇ ਸੀਗੇ, ਜਿਨ੍ਹਾਂ ਦੇ ਆਨਸਰ ਵੀ ਤੁਹਾਡੇ ਨਾਲ ਅਸੀਂ ਡਿਸਕਸ ਕੀਤੇ ਸੀਗੇ। ਤਾਂ ਕੱਲ੍ਹ ਵਾਲੇ ਟੌਪਿਕ ਨੂੰ ਰਿਵਾਈਜ਼ ਕਰਦੇ ਹੋਏ ਮੰਨ ਲਓ ਤੁਹਾਡੇ ਕੋਲ ਇੱਕ ਆਹ ਕੁਐਸ਼ਨ ਹੈਗਾ। ਇਸ ਕੁਐਸ਼ਨ ਦੇ ਵਿੱਚ ਉਹਨੇ ਕਿਹਾ ਹੈਗਾ ਕਿ ਆਹ ਜਿਹੜੀ ਤੁਹਾਡੀ 20 ਓਮ ਦੀ ਰੈਜ਼ਿਸਟੈਂਸ ਲੱਗੀ ਆ, ਇਹਦੇ ਆਲੇ ਦੁਆਲੇ ਇਹਦੇ ਪੈਰਲ ਦੇ ਵਿੱਚ ਕੀ ਲਾਇਆ, ਇੱਕ ਵੋਲਟ ਮੀਟਰ। ਵੋਲਟ ਮੀਟਰ ਕੀ ਪੜ੍ਹਦਾ ਹੁੰਦਾ, ਵੋਲਟੇਜ ਨੂੰ। ਤਾਂ ਉਹਨੇ ਪੁੱਛਿਆ ਇੱਥੇ ਵੋਲਟੇਜ ਕਿੰਨੀ ਹੋਏਗੀ। ਵੋਲਟੇਜ ਕੱਢਣ ਵਾਸਤੇ ਸਾਨੂੰ ਕੀ ਚਾਹੀਦਾ ਹੁੰਦਾ ਹੈਗਾ, ਕਰੰਟ ਅਤੇ ਰੈਜ਼ਿਸਟੈਂਸ, ਦੋ ਚੀਜ਼ਾਂ। ਤਾਂ ਜਿੱਥੇ ਜਿਹੜੇ ਦੋ ਸਿਰਿਆਂ ਦੇ ਉੱਪਰ ਇਹ ਵੋਲਟ ਮੀਟਰ ਲੱਗਿਆ, ਕਿ ਉਹਨਾਂ ਦੋਨਾਂ ਸਿਰਿਆਂ ਦੀ ਰੈਜ਼ਿਸਟੈਂਸ ਸਾਨੂੰ ਪਤਾ ਕਿੰਨੀ ਹੈਗੀ, 20 ਹੈਗੀ। ਅਤੇ ਕਰੰਟ ਸਾਨੂੰ ਪਤਾ ਵੀ ਇੱਥੇ ਕਰੰਟ ਕਿੰਨਾ ਲੰਘਿਆ, ਇੱਥੋਂ ਦੀ ਇੱਥੇ ਤਾਂ ਦਿੱਤਾ ਨਹੀਂ ਹੋਇਆ, ਨੀਚੇ ਦਿੱਤਾ ਹੋਇਆ। ਓਬਵੀਅਸਲੀ ਜੇ ਆਹ ਸਾਰਾ ਜਿਹੜਾ ਪਾਥ ਹੈਗਾ, ਜਿਹੜਾ ਇਹ ਰਾਹ ਹੈਗਾ, ਇਹ ਰਾਹ ਜਿਹੜਾ ਕਲੋਜ਼ ਆ, ਠੀਕ ਹੈ। ਇੱਕ ਸੜਕ ਹੈਗੀ, ਇਹਨੂੰ ਇੱਦਾਂ ਮੰਨੋ ਇੱਕ ਸੜਕ ਹੈਗੀ, ਉਹ ਸੜਕ ਹੈਗੀ ਜਿਹੜੀ ਆ ਤਾਂ ਵੋਲਟ ਮੀਟਰ ਉੱਪਰ ਲੱਗਿਆ ਹੋਇਆ, ਸਰਕਟ ਤਾਂ ਇੰਨਾ ਕੁ ਹੈ ਨਾ। ਤਾਂ ਸੜਕ ਦੇ ਵਿੱਚ ਜੇ ਇੱਥੇ 5 ਬੰਦੇ ਨੇਗੇ, ਹੋਰ ਆਲੇ ਦੁਆਲੇ ਕੋਈ ਸੜਕ ਆ ਕੇ ਇੱਥੇ ਮਿਲੀ ਨਹੀਂ ਹੈਗੀ, ਤਾਂ ਇਸ ਸੜਕ ਦੇ ਉੱਪਰ ਆਹ ਸੜਕ ਇੱਥੋਂ ਜੇ ਇੱਥੇ 5 ਬੰਦੇ ਜਾ ਰਹੇ ਹੈਗੇ ਇੱਥੇ, ਠੀਕ ਹੈ, ਤਾਂ ਪਿੱਛੋਂ ਕਿੰਨੇ ਚੱਲੇ ਹੋਣਗੇ, ਇੱਥੋਂ ਕਿੰਨੇ ਚੱਲੇ ਹੋਣਗੇ, ਤਾਂ ਉੱਥੇ ਵੀ ਤਾਂ ਉਨੇ ਚੱਲੇ ਹੋਣਗੇ ਨਾ। ਜੇ ਇੱਕ ਸੜਕ ਖਾਲੀ ਸੜਕ ਹੋਵੇ, ਉਹਦੇ ਉੱਪਰ ਕਿਸੇ ਉਰਲੇ ਪਾਸੇ ਆਪਾਂ ਖੜੇ ਹੋਈਏ ਅਤੇ ਉੱਥੇ ਸਾਨੂੰ 5 ਮੋਟਰਸਾਈਕਲ ਦਿਖਣ, ਤਾਂ ਦੂਜੇ ਸਿਰੇ ਦੇ ਉੱਪਰ ਵੀ 5 ਮੋਟਰਸਾਈਕਲ ਚੱਲੇ ਹੀ ਹੋਣਗੇ ਨਾ। ਤਾਂ ਉਸੇ ਤਰੀਕੇ ਨਾਲ ਜਿਹੜਾ ਕਰੰਟ ਹੁੰਦਾ ਹੈਗਾ, ਜੇ ਇੱਥੇ 2 ਐਂਪੀਅਰ ਕਰੰਟ ਹੈਗਾ, ਤਾਂ ਪੱਕੀ ਗੱਲ ਆ ਕਿ ਜਿਹੜਾ 2 ਕਰੰਟ ਐਂਪੀਅਰ ਇੱਥੋਂ ਚੱਲਿਆ ਹੋਏਗਾ ਉਹ, ਤਾਂ ਇਟ ਮੀਨਸ ਇੱਥੋਂ ਜਿਹੜਾ ਕਰੰਟ ਨਿਕਲਿਆ ਉਹ 2 ਐਂਪੀਅਰ ਕਰੰਟ ਨਿਕਲਿਆ ਹੈਗਾ। ਤਾਂ ਇਹਦੇ ਵਿੱਚ ਦੀ ਵੀ ਕਿੰਨਾ ਜਾ ਰਿਹਾ, 2 ਐਂਪੀਅਰ ਕਰੰਟ। ਤਾਂ ਅਸੀਂ ਮਲਟੀਪਲਾਈ ਕਿੰਨੇ ਨਾਲ ਕਰਾਂਗੇ, 2 ਦੇ ਨਾਲ। ਤਾਂ ਇੱਥੋਂ ਸਾਡੇ ਕੋਲ ਕੁੱਲ ਆ ਜਾਏਗਾ 20 ਗੁਣਾ 2 40 ਵੋਲਟ। ਤਾਂ ਆਨਸਰ ਸਾਡਾ ਇਸ ਵੋਲਟ ਮੀਟਰ, ਜੋ ਇਹ ਵੋਲਟ ਮੀਟਰ ਪੜ੍ਹ ਰਿਹਾ ਸੀ, ਇਹ ਕਿੰਨਾ ਪੜ੍ਹ ਰਿਹਾ ਸੀ, ਇਹ 40 ਵੋਲਟ ਪੜ੍ਹ ਰਿਹਾ ਸੀਗਾ। ਕਲੀਅਰ ਹੋ ਗਈ ਜੀ ਗੱਲ। ਅੱਜ ਥੋੜ੍ਹਾ ਜਿਹਾ ਇਸ ਤੋਂ ਅੱਗੇ ਵਧਦੇ ਆਪਾਂ। ਇਹ ਤਾਂ ਆਪਾਂ ਕੱਲ੍ਹ ਵਾਲੇ ਲੈਕਚਰ 'ਚ ਕਰ ਲਿਆ ਸੀ, ਤਾਂ ਕੱਲ੍ਹ ਵਾਲੇ ਲੈਕਚਰ ਦੀ ਰਿਵੀਜ਼ਨ ਸੀਗੀ। ਅੱਜ ਇਸ ਤੋਂ ਅੱਗੇ ਵਧਦੇ ਆਪਾਂ, ਜਿਵੇਂ ਕਿ ਆਹ ਕੁਐਸ਼ਨ ਆ। ਹੁਣ ਉੱਥੇ ਤਾਂ ਇੱਕ ਰੈਜ਼ਿਸਟੈਂਸ ਹੁੰਦੀ ਸੀਗੀ, ਆਪਾਂ ਵੋਲਟੇਜ ਅਤੇ ਆਪਾਂ ਜਿਹੜਾ ਕਰੰਟ ਅਤੇ ਰੈਜ਼ਿਸਟੈਂਸ ਨੂੰ ਮਲਟੀਪਲਾਈ ਕਰਦੇ ਸੀਗੇ, ਸਾਡੇ ਕੋਲ ਵੋਲਟੇਜ ਆ ਜਾਂਦੀ ਸੀਗੀ। ਬਟ ਹੁਣ ਜਦੋਂ ਇੰਨੀਆਂ ਰੈਜ਼ਿਸਟੈਂਸ ਆ ਗਈਆਂ, ਹੁਣ ਇਹਨਾਂ ਦਾ ਕੀ ਕਰਾਂਗੇ ਆਪਾਂ, ਹੁਣ ਇਹ ਤਾਂ ਹੈ ਨਹੀਂ ਕਿ ਆਹ ਵੋਲਟੇਜ ਨੂੰ ਆਪਾਂ ਇਹਦੇ ਨਾਲ ਡਿਵਾਈਡ ਕਰ ਲਾਂਗੇ, ਇਹਦਾ ਕਰੰਟ ਨਿਕਲ ਜੂ, ਇਹਨਾਂ ਇੱਦਾਂ ਨਹੀਂ ਹੁੰਦਾ ਹੈਗਾ। ਤਾਂ ਸਭ ਤੋਂ ਪਹਿਲਾਂ ਸਾਨੂੰ ਕੀ ਕਰਨਾ ਪਏਗਾ, ਇਹ ਜਿਹੜਾ ਪੂਰਾ ਸਰਕਟ ਹੈਗਾ, ਆਹ ਪੂਰਾ ਸਰਕਟ, ਇਸ ਪੂਰੇ ਸਰਕਟ ਨੂੰ ਸਿਰਫ ਬਦਲਣਾ ਪਏਗਾ, ਸਿਰਫ ਇੱਕ ਰੈਜ਼ਿਸਟੈਂਸ ਦੇ ਵਿੱਚ, ਇੱਕ ਸਿੰਗਲ ਰੈਜ਼ਿਸਟੈਂਸ ਦੇ ਵਿੱਚ ਬਦਲਣਾ ਪਏਗਾ, ਕਿ ਪੂਰੇ ਸਰਕਟ ਦੇ ਵਿੱਚ ਸਿਰਫ ਇੱਕ ਰੈਜ਼ਿਸਟੈਂਸ ਹੋਵੇ। ਤਾਂ ਇੰਨੀਆਂ ਜ਼ਿਆਦਾ ਰੈਜ਼ਿਸਟੈਂਸਿਸ ਨੂੰ ਆਪਾਂ ਇੱਕ ਰੈਜ਼ਿਸਟੈਂਸ ਕਿਵੇਂ ਬਣਾਵਾਂਗੇ, ਇੱਕ ਪ੍ਰਤੀਰੋਧ ਕਿਵੇਂ ਬਣਾਵਾਂਗੇ, ਉਹਦੇ ਕੁਛ ਰੂਲ ਹੁੰਦੇ ਨੇਗੇ। ਉਹ ਰੂਲ ਕੀ ਕੁਛ ਨੇ, ਅੱਜ ਉਹਨਾਂ ਰੂਲਾਂ ਬਾਰੇ ਅਸੀਂ ਗੱਲ ਕਰਾਂਗੇ। ਉਹ ਰੂਲ ਤੁਸੀਂ ਯਾਦ ਰੱਖਣਾਗੇ, ਉਸ ਤੋਂ ਬਾਅਦ ਤੁਸੀਂ ਸਾਰੇ ਸਰਕਟ ਨੂੰ ਇੱਕ ਛੋਟਾ ਸਰਕਟ ਬਣਾ ਦਿਆ ਕਰੋਗੇ। ਤਾਂ ਇਹਨਾਂ ਨੂੰ ਸੋਲਵ ਕਰਨ ਵਾਸਤੇ ਸਾਡੇ ਕੋਲੇ 2 ਤਰ੍ਹਾਂ ਦੇ ਸਰਕਟ ਹੁੰਦੇ ਨੇਗੇ, ਜਾਂ ਫਿਰ ਆਪਾਂ ਇਹ ਕਹਿ ਲਓ ਕਿ ਰੈਜ਼ਿਸਟੈਂਸ ਜਿਹੜੀਆਂ ਹੁੰਦੀਆਂ ਨੇਗੀਆਂ ਉਹਨਾਂ ਨੂੰ ਸਿਰਫ 2 ਤਰੀਕਿਆਂ ਨਾਲ ਜੋੜਿਆ ਜਾ ਸਕਦਾ, ਸਿਰਫ 2 ਤਰੀਕਿਆਂ ਨਾਲ। ਪਹਿਲਾ ਤਰੀਕਾ ਜਿਹੜਾ ਹੈਗਾ ਉਹ ਹੈਗਾ ਸੀਰੀਜ਼ ਦਾ, ਕਿ ਜਾਂ ਤਾਂ ਆਪਾਂ ਉਹਨੂੰ ਲੜੀ ਦੇ ਵਿੱਚ ਜੋੜ ਦਈਏ ਜਿਹੜੀ ਸਾਡੀਆਂ ਰੈਜ਼ਿਸਟੈਂਸਾਂ ਨੇਗੀਆਂ, ਜਾਂ ਉਹਨੂੰ ਆਪਾਂ ਜੋੜ ਸਕਦੇ ਹਾਂਗੇ ਸਮਾਨਾਂਤਰ ਦੇ ਵਿੱਚ। ਇੰਗਲਿਸ਼ ਦੇ ਵਿੱਚ ਇਹਨੂੰ ਕਹਿੰਦੇ ਆਪਾਂ ਸੀਰੀਜ਼ ਦੇ ਵਿੱਚ, ਅਤੇ ਇਹਨੂੰ ਆਪਾਂ ਕਹਿੰਦੇ ਆ ਪੈਰਲ ਦੇ ਵਿੱਚ। ਹੋ ਸਕਦਾ ਸ਼ੁਰੂ 'ਚ ਨਾ ਜਦੋਂ 1-2 ਵਾਰੀ ਮੈਂ ਇਹ ਗੱਲਾਂ ਬੋਲੂੰਗਾ ਪੈਰਲ ਸੀਰੀਜ਼, ਤੁਹਾਨੂੰ ਔਖੀਆਂ ਲੱਗਣ, ਬਟ ਜਦੋਂ ਤੁਸੀਂ ਇੱਕ ਵਾਰੀ ਇਹਨੂੰ ਮੰਨ ਲਓਗੇ ਕਿ ਹਾਂ ਸੀਰੀਜ਼ ਵੀ ਕੁਛ ਹੁੰਦਾ, ਪੈਰਲ ਵੀ ਹੁੰਦਾ, ਉਸ ਤੋਂ ਬਾਅਦ ਤੁਹਾਨੂੰ ਆਪਣੇ ਆਪ ਇਹਨਾਂ ਦੇ ਨਾਲ ਨਾ ਭੇਤ ਜਾ ਪਾ ਜਾਓਗੇ ਤੁਸੀਂ ਇਹਨਾਂ ਦਾ। ਤਾਂ ਜਾਂ ਤਾਂ ਸਰਕਟ ਨੂੰ ਸੀਰੀਜ਼ ਦੇ ਵਿੱਚ ਜੋੜਿਆ ਜਾ ਸਕਦਾ, ਜਾਂ ਸਰਕਟ ਨੂੰ ਪੈਰਲ ਦੇ ਵਿੱਚ ਜੋੜਿਆ ਜਾ ਸਕਦਾ। ਪਹਿਲਾਂ ਅਸੀਂ ਸੀਰੀਜ਼ ਬਾਰੇ ਪੜ੍ਹਦੇ ਹਾਂ ਕਿ ਸੀਰੀਜ਼ ਕੀ ਹੁੰਦਾ ਹੈਗਾ। ਧਿਆਨ ਨਾਲ ਦੇਖਿਓ ਜੀ। ਹੁਣ
ਸੀਰੀਜ਼ ਹੁੰਦਾ ਲੜੀ। ਲੜੀ ਦੇਖੀਏ, ਜਿਹੜੀ ਲੜੀ ਲੱਗੀ ਹੁੰਦੀ ਹੈਗੀ ਸਾਡੀ ਦੀਵਾਲੀ ਦੇ ਉੱਪਰ, ਆਪਾਂ ਇੱਕ ਬੱਲਬ ਆਹ ਲੱਗਿਆ ਹੋਇਆ ਹੈਗਾ, ਉਹਦੇ ਨਾਲ ਹੀ ਦੂਜਾ ਬੱਲਬ ਲੱਗਿਆ ਹੁੰਦਾ, ਫਿਰ ਉਹਦੇ ਨਾਲ ਤੀਜਾ ਬੱਲਬ ਲੱਗਿਆ ਹੁੰਦਾ ਹੈਗਾ। ਠੀਕ ਹੈ, ਜਿਵੇਂ ਆਪਾਂ ਕਹਿੰਦੇ ਪੰਗਤ ਦੇ ਵਿੱਚ ਬੈਠਣਾ ਹੈਗਾ, ਲੰਗਰ ਦੇ ਵਿੱਚ ਪੰਗਤ 'ਚ ਬੈਠਦੇ ਇੱਕ ਤੋਂ ਬਾਅਦ ਇੱਕ, ਦੂਜੇ ਤੋਂ, ਉਸ ਤੋਂ ਬਾਅਦ ਫਿਰ ਅਗਲਾ ਇਨਸਾਨ, ਉਸ ਤੋਂ ਅਗਲਾ, ਤਾਂ ਇਹਨੂੰ ਆਪਾਂ ਲੜੀ ਕਹਿੰਦੇ ਹੈਗੇ। ਤਾਂ ਲੜੀ ਦੇ ਵਿੱਚ ਕੀ ਹੁੰਦਾ ਹੈਗਾ, ਜੇ ਆਪਾਂ ਰਜਿਸਟੈਂਸ ਨੂੰ ਲੜੀ ਦੇ ਵਿੱਚ ਲਗਾਵਾਂਗੇ ਤਾਂ ਇੱਦਾਂ ਲੱਗਣਗੇ, ਇੱਦਾਂ ਵੀ ਆਹ ਜੇ ਮੈਂ ਰਜਿਸਟੈਂਸ ਇਹਨੂੰ ਆਪਾਂ ਮੈਂ A ਮੰਨ ਲਾਂ ਅਤੇ ਇਹਨੂੰ ਰਜਿਸਟੈਂਸ B ਮੰਨ ਲਾਂ, ਤਾਂ ਪਹਿਲੀ ਰਜਿਸਟੈਂਸ ਦੇ ਦੇਖੋ ਹਰੇਕ ਰਜਿਸਟੈਂਸ ਦੇ ਰਾਜੇ ਦੋ ਸਿਰੇ ਹੁੰਦੇ ਨੇਗੇ, ਰਜਿਸਟੈਂਸ ਦਾ A ਸਿਰਾ ਅਤੇ ਇੱਕ B ਸਿਰਾ। ਤਾਂ ਆਹ ਸਿਰਾ ਗਾ ਜਿਹੜਾ ਦੂਜਾ ਗਾ, ਦੂਜਾ ਸਿਰਾ ਗਾ, ਉਹ ਦੂਜਾ ਸਿਰਾ ਜਿਹੜਾ ਉਹ ਦੂਜੀ ਰਜਿਸਟੈਂਸ ਦੇ ਪਹਿਲੇ ਸਿਰੇ ਦੇ ਨਾਲ ਜੁੜਿਆ ਹੋਇਆ। ਜਿਹੜਾ ਦੂਜਾ ਸਿਰਾ ਗਾ, ਜੇ ਇੱਕ ਹੋਰ ਰਜਿਸਟੈਂਸ ਲਾਉਣੀ ਹੋਵੇ, ਉਹ ਤੀਜੀ ਰਜਿਸਟੈਂਸ ਦੇ A ਸਿਰੇ ਦੇ ਨਾਲ ਜੁੜਿਆ ਹੋਵੇਗਾ। ਤਾਂ ਇਹਦਾ ਮਤਲਬ ਕੀ ਹੈ, ਜਦੋਂ ਇੱਕ ਰਜਿਸਟੈਂਸ ਦੂਜੀ ਰਜਿਸਟੈਂਸ ਨਾਲ ਸਿੱਧੇ ਤੌਰ ਦੇ ਉੱਪਰ ਜਾ ਕੇ ਜੁੜ ਜਾਂਦੀ ਹੈਗੀ, ਸਿੱਧੇ ਤੌਰ ਦੇ ਉੱਪਰ ਬਿਲਕੁਲ ਸੀਰੀਜ਼ ਦੇ ਵਿੱਚ, ਲੜੀ ਦੇ ਵਿੱਚ, ਇਹਨੂੰ ਆਪਾਂ ਸੀਰੀਜ਼ ਸਰਕਟ ਕਹਿੰਦੇ ਹਾਂ। ਹੁਣ ਇਹ ਚਾਹੇ 2 ਹੋਣ, ਚਾਹੇ 3 ਹੋਣ, ਚਾਹੇ 5 ਹੋਣ, ਇਹਨਾਂ ਸਾਰਿਆਂ ਨੂੰ ਜੇ ਬਣਾ ਕੇ ਇਹਨਾਂ ਦੀ ਥਾਂ 'ਤੇ ਸਿਰਫ ਇੱਕ ਰਜਿਸਟੈਂਸ ਬਣਾਉਣੀ ਹੈਗੀ, ਤਾਂ ਉਹਦਾ ਤਰੀਕਾ ਇਹ ਹੈ ਵੀ ਜਿੰਨੀਆਂ ਵੀ ਰਜਿਸਟੈਂਸ ਆਉਣਗੀਆਂ, 2 3 ਓਮ ਦੀ ਹੈ, ਇੱਕ 2 ਓਮ ਦੀ ਹੈ, ਇੱਕ 4 ਓਮ ਦੀ ਆ, ਇੱਕ 2 ਓਮ ਦੀ, ਇਹਨਾਂ ਨੂੰ ਚੁੱਪ ਕਰਕੇ ਸਿੱਧਾ ਨੂੰ ਜੋੜ ਦਿਓ ਕਿ 2 ਨੂੰ ਜੋੜੋ 3 ਦੇ ਵਿੱਚ, ਫਿਰ ਜੋੜੋ 4 ਦੇ ਵਿੱਚ, ਅਤੇ ਫਿਰ ਜੋੜੋ 2 ਦੇ ਵਿੱਚ। 3 ਤੇ 2 5, 5 ਤੇ 2 7 ਤੇ 4 11। ਤਾਂ ਆਹ ਜਿਹੜਾ ਸਰਕਟ ਹੈਗਾ ਐਡਾ ਵੱਡਾ, ਜਿਹੜੀ ਆਹ ਰਜਿਸਟੈਂਸ ਇੱਦਾਂ ਬਣੀ ਹੋਈ ਹੈ, ਐਡੀ ਵੱਡੀ ਰਜਿਸਟੈਂਸ ਬਣੀ ਹੋਈ ਹੈ ਨਾ ਜਿਹੜੀ, ਇਹ ਸਾਰਿਆਂ ਦੀ ਥਾਂ 'ਤੇ ਸਿਰਫ ਇੱਕ ਰਜਿਸਟੈਂਸ ਰਹਿ ਜਾਏਗੀ। ਜੇ ਆਹ A ਟਰਮੀਨਲ, ਆਹ B ਹੈਗਾ, ਤਾਂ A ਤੋਂ ਲੈ ਕੇ B ਟਰਮੀਨਲ ਦੇ ਉੱਪਰ ਜਿੰਨੇ ਵੀ ਰਜਿਸਟੈਂਸ ਲੱਗੇ ਹੋਏ ਸੀ, ਉਹਦਾ ਸਾਰਿਆਂ ਦਾ ਜਿਹੜਾ ਟੋਟਲ ਜਿਹੜਾ ਪ੍ਰਭਾਵ ਆਊਗਾ ਉਹ 11 ਓਮ ਆਊਗਾ। ਕਲੀਅਰ ਹੋ ਗਈ ਜੀ ਗੱਲ ਇਹ। ਤਾਂ ਮੈਂ ਕੀ ਦੱਸ ਰਿਹਾ ਤੁਹਾਨੂੰ ਕਿ ਸੀਰੀਜ਼ ਦੇ ਵਿੱਚ ਰਜਿਸਟੈਂਸ ਤਾਂ ਹਮੇਸ਼ਾ ਸੀਰੀਜ਼ ਦੇ ਵਿੱਚ, ਜੇ ਟੋਟਲ ਰਜਿਸਟੈਂਸ RT ਦਾ ਮਤਲਬ ਟੋਟਲ ਰਜਿਸਟੈਂਸ ਕੱਢਣੀ ਹੋਵੇ, ਤਾਂ ਜਿੰਨੀਆਂ ਵੀ ਇੱਕ ਰਜਿਸਟੈਂਸ ਪਲੱਸ ਦੂਜੀ ਰਜਿਸਟੈਂਸ ਪਲੱਸ ਤੀਜੀ ਰਜਿਸਟੈਂਸ ਪਲੱਸ ਚੌਥੀ ਰਜਿਸਟੈਂਸ ਜੇ ਇੱਦਾਂ ਲੱਗੀਆਂ ਹੋਣ, ਤਾਂ ਅਸੀਂ ਕੀ ਕਰਨਾ ਹੁੰਦਾ, ਇਹਨਾਂ ਨੂੰ ਜੋੜ ਦੇਣਾ ਹੁੰਦਾ ਸਿੰਪਲੀ। ਤਾਂ ਟੋਟਲ ਰਜਿਸਟੈਂਸ ਜੁੜ ਕੇ ਨਿਕਲ ਜਾਂਦੀ ਹੈ। ਦੇਖੋ ਜੋੜਨਾ ਤਾਂ ਕੋਈ ਔਖਾ ਨਹੀਂ ਹੈਗਾ ਨਾ। ਤਾਂ ਮੰਨ ਲਓ ਸਾਡੇ ਕੋਲ ਇੱਕ ਕੁਐਸਚਨ, ਅੱਛਾ ਇੱਕ ਹੋਰ ਧਿਆਨ ਰੱਖਣਾ, ਜ਼ਰੂਰੀ ਨਹੀਂ ਹੈਗਾ ਵੀ ਇਹ ਲਾਈਨ ਸਿੱਧੀ ਹੋਊਗੀ। ਅਸੀਂ ਇਹ ਨਹੀਂ ਦੇਖਣਾ, ਸ਼ੇਪ ਨਹੀਂ ਦੇਖਣੀ, ਅਸੀਂ ਦੇਖਣਾ ਕਨੈਕਸ਼ਨ। ਮੰਨ ਲਓ ਇੱਦਾਂ ਹੋਵੇ ਵੀ ਇੱਕ ਆਹ ਰਜਿਸਟੈਂਸ ਆ ਕਿ ਜਿੱਥੇ ਆਹ ਸਿਰਾ ਮੁੱਕਿਆ, ਉਸ ਤੋਂ ਬਾਅਦ ਇੱਕ ਆਹ ਹੇਠਲੇ ਪਾਸੇ ਆਹ ਦੂਜੀ ਰਜਿਸਟੈਂਸ ਆ, ਉਸ ਤੋਂ ਬਾਅਦ ਆਹ ਤੀਜੀ ਰਜਿਸਟੈਂਸ ਆ, ਉਸ ਤੋਂ ਬਾਅਦ ਆਹ ਚੌਥੀ ਰਜਿਸਟੈਂਸ ਆ। ਇਹ ਵੀ ਇੱਕ ਸਰਕਟ, ਜੇ ਇਹਨੂੰ ਪੁੱਛਿਆ ਜਾਵੇ ਵੀ ਇਹ ਕਿਵੇਂ ਆ ਸਰਕਟ, ਇਹ ਵੀ ਸੀਰੀਜ਼ ਸਰਕਟ ਆ, ਕਿਉਂਕਿ ਜਿੱਥੇ ਆਹ ਸਰਕਟ ਦਾ ਆਹ ਸਿਰਾ ਦੇਖੋ ਮੁੱਕ ਰਿਹਾ ਹੈਗਾ, ਆਹ ਸਿਰਾ ਜਿੱਥੇ ਮੁੱਕ ਰਿਹਾ ਹੈ ਨਾ, ਜਿੱਥੇ ਆਹ ਸਿਰਾ ਮੁੱਕ ਰਿਹਾ ਹੈਗਾ, ਉੱਥੋਂ ਦੂਜਾ ਸਿਰਾ ਸ਼ੁਰੂ ਹੋ ਰਿਹਾ। ਜਿੱਥੇ ਇਹਦਾ ਸਿਰਾ ਮੁੱਕਿਆ ਹੈਗਾ, ਉੱਥੋਂ ਆਹ ਅਗਲੇ ਦਾ ਸਿਰਾ ਸ਼ੁਰੂ ਹੋ ਗਿਆ। ਜਿੱਥੇ ਇਹਦਾ ਮੁੱਕਿਆ ਸਿਰਾ, ਉੱਥੋਂ ਅਗਲਾ ਸ਼ੁਰੂ ਹੋ ਗਿਆ। ਹਾਂ, ਜੇ ਕੋਈ ਰਜਿਸਟੈਂਸ ਇਹਦੇ ਸਿਰੇ ਸ਼ੁਰੂ ਹੋਣ ਤੋਂ ਪਹਿਲਾਂ ਇੱਥੇ ਲੱਗ ਜਾਂਦੀ, ਤਾਂ ਦੇਖੋ ਇੱਥੋਂ ਇੱਕ ਰਜਿਸਟੈਂਸ ਆਹ ਹੋ ਗਈ, ਇੱਥੋਂ ਇੱਕ ਰਜਿਸਟੈਂਸ ਆਹ ਹੋ ਗਈ। ਹੁਣ ਆਪਾਂ ਇਹਨਾਂ ਨੂੰ, ਹੁਣ ਇਹ ਸੀਰੀਜ਼ ਨਹੀਂ ਹੈਗੇ, ਹੁਣ ਆਹ ਜਿਹੜੀ ਰਜਿਸਟੈਂਸ ਹੈਗੀ ਇਹ ਸੀਰੀਜ਼ ਨਹੀਂ ਹੈਗੀ, ਇਹ ਕੁਛ ਹੋਰ ਹੈਗੀ, ਉਹ ਦੇਖਾਂਗੇ ਕੀ ਆ। ਤਾਂ ਮੇਨ ਅਸੀਂ ਇਹੀ ਦੇਖਣਾ ਗਾ ਕਿ ਜਦੋਂ ਇੱਕ ਥਾਂ ਤੋਂ ਜਾਂਦੇ ਹੋਏ, ਮੰਨ ਲਓ ਇੱਕ ਕਰੰਟ ਹੈਗਾ ਜਿਹੜਾ ਸਾਡਾ, ਸੀਰੀਜ਼ ਦੇ ਵਿੱਚ ਕੀ ਹੋਏਗਾ, ਦੇਖੋ ਮੰਨ ਲਓ ਇੱਥੇ ਕਰੰਟ ਨਿਕਲਿਆ, ਤਾਂ ਉਹੀ ਕਰੰਟ ਇੱਥੇ ਹੋਏਗਾ, ਉਹੀ ਕਰੰਟ ਇੱਥੇ ਹੋਏਗਾ, ਉਹੀ ਕਰੰਟ ਇੱਥੇ ਹੋਏਗਾ, ਉਹੀ ਕਰੰਟ ਇੱਥੇ ਹੋਏਗਾ, ਉਹੀ, ਕਿਉਂਕਿ ਹੋਰ ਕਿਸੇ ਪਾਸੇ ਦਾ ਰਾਹ ਹੈ ਹੀ ਨਹੀਂ ਉਹਨੂੰ ਜਾਣ ਨੂੰ। ਕਰੰਟ ਦੀ ਮੰਜ਼ਿਲ ਕੀ ਹੁੰਦੀ ਹੈ ਪਤਾ ਤੁਹਾਨੂੰ? ਜਿਵੇਂ ਸਾਡੀ ਮੰਜ਼ਿਲ ਨਾ ਜਨਮ ਤੋਂ ਲੈ ਕੇ ਮੌਤ ਤੱਕ ਪਹੁੰਚਣਾ, ਤਾਂ ਕਰੰਟ ਦੀ ਇੱਕ ਮੰਜ਼ਿਲ ਹੁੰਦੀ ਹੈ, ਉਹ ਪੋਜ਼ਿਟਿਵ ਦੇ ਵਿੱਚੋਂ ਨਿਕਲਦਾ ਗਾ, ਇਹ ਮਾਂ ਦੀ ਕੁੱਖ ਹੈਗੀ ਕਰੰਟ ਦੀ, ਅਤੇ ਨੈਗੇਟਿਵ ਦੇ ਵਿੱਚ ਐਂਟਰ ਕਰਦਾ। ਤਾਂ ਮਤਲਬ ਜੇ ਮੈਂ ਇਸ ਬੈਟਰੀ ਦੇ ਇੱਧਰ ਪੋਜ਼ਿਟਿਵ ਲਗਾ ਲਾਂ ਅਤੇ ਇੱਧਰਲੇ ਪਾਸੇ ਨੈਗੇਟਿਵ ਲਗਾ ਲਾਂ, ਤਾਂ ਕਰੰਟ ਹਮੇਸ਼ਾ ਪੋਜ਼ਿਟਿਵ 'ਚੋਂ ਨਿਕਲੇਗਾ, ਘੁੰਮ ਘੁਮਾ ਕੇ ਜਿੱਥੇ ਵੀ ਉਹਨੂੰ ਰਾਹ ਮਿਲੂਗਾ ਨੈਗੇਟਿਵ ਦੇ ਵਿੱਚ ਵਾਪਸ ਆ ਜਾਏਗਾ। ਇਹ ਕਰੰਟ ਦੀ ਡਾਇਰੈਕਸ਼ਨ ਹੁੰਦੀ ਹੈਗੀ, ਇਹ ਕਰੰਟ ਦਾ ਇੱਕ ਸਾਈਕਲ ਹੁੰਦਾ ਹੈਗਾ, ਇਹਦਾ ਲਾਈਫ ਸਾਈਕਲ ਹੁੰਦਾ, ਇਹਦੀ ਜ਼ਿੰਦਗੀ ਜਿਉਣ ਦਾ ਇਹਦਾ ਇੱਕ ਇਹ ਪੀਰੀਅਡ ਹੁੰਦਾ ਹੈਗਾ। ਤਾਂ ਜੇ ਹੁਣ ਇਹ ਰਜਿਸਟੈਂਸ ਇੱਦਾਂ ਜੁੜੀਆਂ ਹੋਈਆਂ ਨੇ, ਮੰਨ ਲਓ ਇਹ 2 ਓਮ ਹੁੰਦੀ ਹੈ, 3 ਓਮ ਹੁੰਦੀ ਹੈ, 2 ਹੁੰਦੀ ਹੈ, 2 ਹੁੰਦੀ, ਤਾਂ ਇਹ ਕਿੰਨਾ ਬਣਨਾ ਸੀ? ਇਹ ਕੁੱਲ ਜੋੜ ਕੇ 2 + 3 + 2 + 2, 3 ਤੇ 2 5, 5 ਤੇ 4 9 ਓਮ। ਤਾਂ ਇੱਥੋਂ ਆਪਾਂ ਕੱਢ ਲੈਂਦੇ। ਤਾਂ ਪੂਰੀ ਸਾਰੀ ਰਜਿਸਟੈਂਸ ਨੂੰ ਅਸੀਂ ਸਿਰਫ ਇੱਦਾਂ ਲਿਖ ਸਕਦੇ ਹੈਗੇ ਵੀ 9 ਓਮ ਦੀ ਇੱਕ ਰਜਿਸਟੈਂਸ ਹੈਗੀ, ਅਤੇ ਇੱਧਰਲੇ ਪਾਸੇ ਇੱਕ ਵੋਲਟੇਜ ਸੋਰਸ ਲੱਗਿਆ ਹੋਇਆ ਹੈਗਾ, ਬਸ। ਤਾਂ ਹੁਣ ਸੀਰੀਜ਼ ਬਾਰੇ ਇੱਕ ਦੋ ਗੱਲਾਂ ਹੋਰ ਸੁਣੋ ਜੀ। ਮੈਂ ਕਿਤੇ ਸੀਰੀਜ਼ ਸਰਕਟ ਬਣਾਉਣਾ ਗਾ, ਮੇਰੇ ਕੋਲੇ ਮੰਨ ਲਓ ਇੱਕ ਸੀਰੀਜ਼ ਸਰਕਟ ਆ, ਇੱਕ ਆਹ ਰਜਿਸਟੈਂਸ ਹੈਗੀ, ਇੱਕ ਆਹ ਰਜਿਸਟੈਂਸ ਹੈਗੀ, ਅਤੇ ਇੱਕ ਆਹ ਰਜਿਸਟੈਂਸ ਹੈਗੀ। ਜਿਹੜੀ ਤੁਹਾਡੀ ਪਹਿਲੀ ਰਜਿਸਟੈਂਸ ਆ ਉਹ ਹੈਗੀ ਆ 2 ਓਮ ਦੀ, ਜਿਹੜੀ ਦੂਜੀ ਆ ਉਹ ਹੈਗੀ ਆ 3 ਓਮ ਦੀ, ਜਿਹੜੀ ਆਹ ਹੈਗੀ ਆ 5 ਓਮ ਦੀ, ਅਤੇ ਟੋਟਲ ਜਿਹੜੀ ਇੱਥੇ ਵੋਲਟੇਜ ਹੈਗੀ ਤੁਹਾਡੀ ਉਹ ਹੈਗੀ 30 ਵੋਲਟ। ਆਹ ਪੋਜ਼ੀਟਿਵ ਆ, ਨੈਗੇਟਿਵ ਆ। ਤਾਂ ਬੱਚੇ ਜਿਹੜਾ ਇੱਦਾਂ ਦਾ ਸਰਕਟ ਹੈਗਾ, ਸਭ ਤੋਂ ਪਹਿਲਾਂ ਮੰਨ ਲਓ ਉਹਨੇ ਪੁੱਛਿਆ ਹੋਵੇ ਤੁਹਾਨੂੰ ਵੀ ਇੱਥੇ ਕਰੰਟ ਦੱਸੋ ਜੀ ਕਿੰਨਾ ਹੋਊਗਾ। ਤਾਂ ਕਰੰਟ ਜਦੋਂ ਵੀ ਅਸੀਂ ਕੱਢਣਾ ਗਾ, ਕਰੰਟ ਕਿੰਨਾ ਫਲੋ ਹੋਊਗਾ ਇਹ ਕਿਤੇ ਡਿਪੈਂਡ ਕਰਦਾ ਹੁੰਦਾ, ਇਹ ਡਿਪੈਂਡ ਕਰਦਾ ਹੁੰਦਾ ਵੀ ਜਿੱਡਾ ਵੀ ਤੁਹਾਡਾ ਸਰਕਟ ਲੱਗਿਆ ਹੋਇਆ ਉਹਨੂੰ ਰੋਕਣ ਵਾਲੀ ਸ਼ਕਤੀ ਕਿੰਨੀ ਹੈਗੀ, ਰੋਕਣ ਵਾਲੀ ਕੁੱਲ ਸ਼ਕਤੀ ਕਿੰਨੀ ਹੈ। ਕਿਉਂਕਿ ਅਸੀਂ ਕੱਲ੍ਹ ਇੱਕੋ ਗੱਲ ਤਾਂ ਪੜ੍ਹੀ ਹੈਗੀ
कि करंट किते डिपेंड करता है, रोकण वाली शक्ति ते। जे रोकण वाली शक्ति वड्डी हैगी तो करंट छोटा है, जे रोकण वाली शक्ति छोटी हैगी तो करंट वड्डा है। रोकण वाली शक्ति का की मतलब है रेजिस्टेंस। तो इतने देखो बच्चों, इतने सब तो पहले सानू करंट कड्ढण वास्ते सानू पहले आ सारी रजिस्टेंस सानू एक रजिस्टेंस बनाउणा, क्योंकि ਜਿਹੜਾ ਸਾਡਾ करंट का फार्मूला ਹੁੰਦਾ ਉਹਦੇ ਵਿੱਚ ਵੋਲਟੇਜ ਬਟੇ ਰजिस्टेंस ਲਿਖਿਆ ਹੁੰਦਾ, ਇੱਕ ਹੀ ਰजिस्टेंस ਲਿਖੀ ਹੁੰਦੀ, ਉਹਦੇ ਵਿੱਚ ਐਂ ਥੋੜਾ ਲਿਖਿਆ ਹੁੰਦਾ ਵੀ R1 R2 R3, ਤਾਂ ਉਹਦੇ ਵਿੱਚ ਸਿਰਫ ਇੱਕ ਰजिस्टेंस ਲਿਖੀ ਹੁੰਦੀ। ਤਾਂ ਇਹਦਾ ਮਤਲਬ ਕੀ ਅਸੀਂ ਪੂਰੇ ਸਰਕਟ ਨੂੰ ਇੱਕ ਦੇ ਵਿੱਚ ਬਦਲ ਲੈਣਾ। ਹੁਣ ਬਦਲ ਲਓ ਇੱਕ ਦੇ ਵਿੱਚ, ਕਿਵੇਂ ਬਦਲਾਂਗੇ? ਟੋਟਲ ਰजिस्टेंस ਕਿਵੇਂ ਨਿਕਲੂਗੀ? 2 ਓਹਮ ਪਲੱਸ 3 ਓਹਮ, ਆਹ 3 ਓਹਮ ਤੇ 5 ਓਹਮ, ਤਾਂ ਕਿੰਨਾ ਇਹ 10 ਓਹਮ ਆ ਗਿਆ। ਹੁਣ ਲਾ ਲਓ ਇਹਦੇ ਵਿੱਚ, ਆਹ ਫਾਰਮੂਲੇ 'ਚ ਭਰ ਲਓ ਕਿ ਵੋਲਟੇਜ ਟੋਟਲ ਕਿੰਨੀ ਸੀਗੀ ਸਾਡੀ, ਵੋਲਟੇਜ ਕਿੰਨੀ ਸੀਗੀ 30 ਸੀਗੀ, ਰजिस्टेंस ਸਾਡੀ ਕਿੰਨੀ ਹੈਗੀ 10 ਆ ਗਈ, ਤਾਂ ਇੱਥੋਂ ਕਰੰਟ ਸਾਡੇ ਕੋਲ ਕਿੰਨਾ ਆ ਗਿਆ 3 ਐਂਪੀਅਰ ਆ ਗਿਆ। ਇਹਦਾ ਮਤਲਬ ਹੈ ਕਿ ਇਹਦਾ ਮਤਲਬ ਇੱਥੋਂ ਜਿਹੜਾ ਕਰੰਟ ਸਾਡਾ ਚੱਲਿਆ ਹੈਗਾ, ਇਹ ਕਰੰਟ ਸਾਡਾ 3 ਐਂਪੀਅਰ ਹੈਗਾ, ਇਹ 3 ਐਂਪੀਅਰ ਕਰੰਟ ਆ। ਤਾਂ ਇਹ ਜਦੋਂ ਇਸ ਰजिस्टेंस ਦੇ ਅੰਦਰ ਦੀ ਲੰਘੇਗਾ, ਇੱਥੋਂ ਇਹ ਸਟਾਰਟ ਹੋਇਆ, ਇਹ ਰजिस्टेंस ਦੇ ਵਿੱਚੋਂ ਇੱਥੋਂ ਲੰਘੇਗਾ, ਇੱਥੇ ਵੀ ਇਹਦੀ ਵੈਲਿਊ ਜਿਹੜੀ ਹੋਏਗੀ ਉਹ 3 ਐਂਪੀਅਰ ਹੀ ਹੋਏਗੀ। ਉਸ ਤੋਂ ਬਾਅਦ ਜਦੋਂ ਇਹ ਅੱਗੇ ਜਾਏਗਾ, ਇੱਥੇ ਜਾਏਗਾ, ਉਦੋਂ ਵੀ 3 ਐਂਪੀਅਰ ਹੋਏਗਾ। ਉਸ ਤੋਂ ਬਾਅਦ ਇੱਥੇ ਜਾਏਗਾ, ਇੱਥੇ ਵੀ ਜਿਹੜੀ ਉਹਦੀ ਵੈਲਿਊ ਹੋਏਗੀ ਉਹ 3 ਐਂਪੀਅਰ ਹੀ ਹੋਏਗੀ। ਜਦੋਂ ਉਹ ਇਸ ਕਰੰਟ ਰजिस्टेंस ਦੇ ਵਿੱਚ ਦੀ ਲੰਘ ਕੇ ਇੱਥੇ ਨੈਗੇਟਿਵ ਤੱਕ ਵਾਪਸ ਆਏਗਾ, ਉੱਥੇ ਵੀ ਉਹਦੀ ਵੈਲਿਊ ਜਿਹੜੀ ਹੋਏਗੀ ਉਹ 3 ਐਂਪੀਅਰ ਹੀ ਹੋਏਗੀ। ਤਾਂ ਇੱਥੋਂ ਸਾਨੂੰ ਕੀ ਪਤਾ ਲੱਗ ਰਿਹਾ ਵੀ ਕਿ ਜਿਹੜਾ ਇੱਕ ਸੀਰੀਜ਼ ਸਰਕਟ ਹੁੰਦਾ, ਮੈਂ ਇੰਪੋਰਟੈਂਟ ਗੱਲ ਲਿਖਣ ਲੱਗਿਆ, ਯਾਦ ਰੱਖਣਾ, ਇੱਕ ਸੀਰੀਜ਼ ਸਰਕਟ ਦੇ ਅੰਦਰ, ਇੱਕ ਲੜੀਵਾਰ ਸਰਕਟ ਦੇ ਅੰਦਰ ਕਰੰਟ ਹਮੇਸ਼ਾ ਸੇਮ ਰਹਿੰਦਾ। ਕਰੰਟ ਆ ਜਿਹੜਾ ਹਮੇਸ਼ਾ ਉਹ ਸੇਮ ਰਹਿੰਦਾ ਹੈਗਾ, ਕਰੰਟ ਬਦਲਦਾ ਨਹੀਂ ਹੈ, ਕਿਉਂਕਿ ਕਰੰਟ ਨੂੰ ਨਿਕਲਣ ਨੂੰ ਰਾਹ ਹੀ ਨਹੀਂ ਹੈ ਕਿਸੇ ਪਾਸੇ, ਉਹ ਭੱਜ ਸਕਦਾ ਹੀ ਨਹੀਂ ਹੈਗਾ, ਤਾਂ ਕਰੰਟ ਸੇਮ ਰਹਿੰਦਾ। ਇਹ ਗੱਲ ਅਸੀਂ ਯਾਦ ਰੱਖ ਲੈਣੀ ਹੈਗੀ। ਇਹ ਗੱਲ ਕਲੀਅਰ ਹੋ ਗਈ, ਠੀਕ ਹੈ। ਤਾਂ ਇਹ ਸੀਰੀਜ਼ ਸਰਕਟ ਦੇ ਵਿੱਚ ਸਾਨੂੰ ਇਹ ਵੀ ਪਤਾ ਲੱਗ ਗਿਆ ਕਿ ਕੁੱਲ ਸਾਡਾ ਕਰੰਟ ਆਇਆ ਕਿੰਨਾ ਸੀਗਾ, ਸਾਡਾ ਕਿੰਨਾ ਕਰੰਟ ਆਇਆ ਸੀਗਾ, ਦੇਖੋ ਕਿੰਨਾ ਕਰੰਟ ਆਇਆ ਸੀਗਾ 3 ਐਂਪੀਅਰ ਆਇਆ ਸੀਗਾ। ਤਾਂ ਸਾਨੂੰ ਇਹ ਪਤਾ ਲੱਗ ਗਿਆ ਵੀ ਇੱਥੇ ਜਿਹੜਾ ਕਰੰਟ ਆ ਹੋਇਆ ਕਿੰਨਾ ਹੈਗਾ 3 ਐਂਪੀਅਰ ਹੈਗਾ। ਹੁਣ ਅਗਲੀ ਗੱਲ ਦੇਖੋ ਜੀ, ਜੇ ਮੈਂ ਵੋਲਟੇਜ ਡ੍ਰੌਪ ਕੱਢਾਂ, ਤੁਹਾਨੂੰ ਕੱਲ੍ਹ ਦੱਸਿਆ ਸੀ ਨਾ ਕਿ ਰजिस्टेंस ਜਿਹੜੀ ਹੁੰਦੀ ਹੈਗੀ ਉਹ ਕੀ ਕਰਦੀ ਹੁੰਦੀ ਹੈਗੀ, ਵੋਲਟੇਜ ਨੂੰ ਖਾਂਦੀ ਹੁੰਦੀ ਆ। ਤਾਂ ਜਿਹੜੀ ਆ 30 ਵੋਲਟ ਹੈਗੀ ਕਿ ਸਰਕਟ ਦੇ ਅੰਦਰ ਲਗਾਈ ਹੈਗੀ, ਇਹ 100% ਇਹਦਾ ਇਹ ਯਾਦ ਰੱਖਿਓ ਯੂਨੀਵਰਸਲ ਰੂਲ ਆ ਕਿ ਇਹ ਸਾਰੀ ਖਾਧੀ ਜਾਊਗੀ। ਕਿੱਥੇ? ਜਿੱਥੇ ਇਹ ਲਗਾਈ ਹੈਗੀ। ਕਿੱਥੇ ਲਗਾਈ ਹੈ? ਇਹ ਸਰਕਟ ਦੇ ਵਿੱਚ ਲਗਾਈ ਹੈ, ਜਿਹੜਾ ਸਾਰਾ ਸਰਕਟ ਹੈਗਾ। ਅੱਛਾ, ਕਿਹੜੇ ਰजिस्टेंस ਨੇ ਕਿੰਨੀ ਵੋਲਟੇਜ ਨੂੰ ਖਤਮ ਕੀਤਾ ਹੈਗਾ, ਵੋਲਟੇਜ ਦਾ ਡ੍ਰੌਪ ਕਰਵਾਇਆ ਹੈਗਾ, ਉਹ ਕਿੱਥੋਂ ਨਿਕਲੂਗਾ? V = I × R, ਕਰੰਟ ਦੇ ਰजिस्टेंस ਨੂੰ ਗੁਣਾ ਕਰ ਦਿਓ। ਤਾਂ ਜੇ ਮੈਂ ਇੱਥੇ ਇੰਨੇ ਥਾਂ 'ਤੇ ਪਤਾ ਕਰਾਂ ਵੀ ਆਹ A ਟਰਮੀਨਲ ਆ, B ਟਰਮੀਨਲ ਆ, ਇੱਥੇ ਵੋਲਟੇਜ ਕਿੰਨੀ ਖਾਧੀ ਗਈ ਹੈਗੀ, ਵੋਲਟੇਜ ਦਾ ਡ੍ਰੌਪ ਕਿੰਨਾ ਹੋਇਆ ਹੈਗਾ, ਤਾਂ ਕਰੰਟ ਇੱਥੇ ਹੈਗਾ 3, ਰजिस्टेंस ਇੱਥੇ ਹੈਗੀ 2, ਗੁਣਾ ਕਰੋ ਆਪਸ ਦੇ ਵਿੱਚ ਦੋਨਾਂ ਨੂੰ, 3 ਦੂਣੀ 6 ਵੋਲਟ, ਅਤੇ ਇੱਥੇ ਵੋਲਟੇਜ ਕਿੰਨੀ ਖਾਧੀ ਗਈ 6 ਵੋਲਟ। ਅਤੇ ਜੇ ਕੋਈ ਪੁੱਛ ਲਵੇ ਤੁਹਾਨੂੰ 3 ਓਮ ਦੇ ਰजिस्टेंस ਦੇ ਕ੍ਰਾਸ ਜਿਹੜਾ ਆਹ 3 ਓਮ ਆ, ਇੱਥੇ ਵੋਲਟੇਜ ਡ੍ਰੌਪ ਦੱਸੋ ਜੀ ਕਿੰਨਾ ਗਾ, ਵੋਲਟੇਜ ਕਿੰਨੀ ਹੈਗੀ ਇੱਥੇ, ਤਾਂ ਇੱਥੇ ਵੀ ਕਰੰਟ ਕਿੰਨਾ ਗਾ 3 ਐਂਪੀਅਰ ਹੈਗਾ, ਅਤੇ ਇੱਥੇ ਰजिस्टेंस ਕਿੰਨੀ ਹੈਗੀ 3 ਹੈਗੀ, ਤਾਂ 3 ਤੀਆ 9 ਵੋਲਟ, 9 ਵੋਲਟ ਇੱਥੇ ਖਾਧੀ ਗਈ। ਤਾਂ ਜੇ ਇੱਥੇ ਪੁੱਛਿਆ ਜਾਵੇ ਹੁਣ ਇਸ ਰजिस्टेंस ਦੇ ਕ੍ਰਾਸ, ਤਾਂ ਕਰੰਟ ਇੱਥੇ ਕਿੰਨਾ ਗਾ ਜੀ, ਇੱਥੇ ਕਰੰਟ ਤਾਂ 3 ਹੈਗਾ, ਅਤੇ ਇੱਥੇ ਰजिस्टेंस ਕਿੰਨੀ ਹੈ 5 ਆ, ਤਾਂ 3 ਨੂੰ 5 ਨਾਲ ਗੁਣਾ ਕਰ ਲਓ, ਕਿੰਨਾ ਆ ਗਿਆ 15 ਵੋਲਟ। ਤਾਂ ਜੇ ਆਪਾਂ ਇਹਨਾਂ ਨੂੰ ਜੋੜ ਕੇ ਦੇਖੀਏ, 6 ਵੋਲਟ ਨੂੰ ਪਲੱਸ 9 ਵੋਲਟ ਨੂੰ ਜੋੜੀਏ ਅਤੇ 15 ਵੋਲਟ ਨੂੰ ਜੋੜੀਏ, 6 ਅਤੇ 9 ਕਿੰਨੇ ਹੁੰਦੇ ਆ 15, ਪਲੱਸ 15 ਕਿੰਨੇ ਹੁੰਦੇ ਹੈਗੇ 30। ਤਾਂ ਇਹਦਾ ਮਤਲਬ ਕੀ ਆ, ਟੋਟਲ ਵੋਲਟੇਜ ਜਿਹੜੀ ਖਾਧੀ ਗਈ ਆ ਉਹ ਕਿੰਨੀ ਹੈਗੀ 30, ਅਤੇ ਅਪਲਾਈ ਜਿਹੜੀ ਕੀਤੀ ਸੀ ਉਹ ਵੋਲਟੇਜ ਕਿੰਨੀ ਸੀ 30। ਇਹਦਾ ਮਤਲਬ ਕਿਸੇ ਵੀ ਸਰਕਟ ਦੇ ਅੰਦਰ ਜਿੰਨੀ ਵੋਲਟੇਜ ਅਸੀਂ ਦਿੰਦੇ ਹੁੰਦੇ ਹੈਗੇ ਓਨੀ ਹੀ ਵੋਲਟੇਜ ਸਾਡੀ ਖਾਧੀ ਜਾਂਦੀ ਹੈ। ਸੀਰੀਜ਼ ਦੇ ਵਿੱਚ ਵੋਲਟੇਜ ਦਾ ਡ੍ਰੌਪ ਹੁੰਦਾ ਅਤੇ ਕਰੰਟ ਸੇਮ ਰਹਿੰਦਾ। ਇਹ ਗੱਲ ਤੁਸੀਂ ਲੜ ਬੰਨਣੀ ਹੈਗੀ। ਕੀ ਕਿਹਾ ਹੈਗਾ ਤੁਹਾਨੂੰ ਮੈਂ? ਵੋਲਟੇਜ ਕਿਸੇ ਸੀਰੀਜ਼ ਸਰਕਟ ਦੇ ਅੰਦਰ ਵੋਲਟੇਜ ਦਾ ਡ੍ਰੌਪ ਹੁੰਦਾ ਅਤੇ ਕਰੰਟ ਜਿਹੜਾ ਹੁੰਦਾ ਪੂਰੇ ਸਰਕਟ ਦੇ ਵਿੱਚ ਉਹ ਸੇਮ ਰਹਿੰਦਾ। ਕਲੀਅਰ ਹੋ ਗਈ ਰਾਜੀ ਗੱਲ। ਅਤੇ ਅਗਲੀ ਗੱਲ ਜਿਹੜੀ ਯਾਦ ਰੱਖਣੀ ਹੈ, ਸੀਰੀਜ਼ ਦੇ ਵਿੱਚ ਮੰਨ ਲਓ ਆਹ ਜਿਹੜਾ ਪੂਰਾ ਸਰਕਟ ਸੀਗਾ, ਆਹ ਪੂਰਾ ਸਰਕਟ ਸੀਗਾ ਜਿਹੜਾ ਸੀਰੀਜ਼ ਦੇ ਵਿੱਚ, ਜੇ ਆਪਾਂ ਇਹਦੇ ਵਿੱਚ ਇੱਕ ਰजिस्टेंस ਨੂੰ ਹੋਰ ਵਧਾ ਦਈਏ, ਰजिस्टेंस ਜੇ ਇੱਕ ਹੋਰ ਲਿਆ ਕੇ ਲਾ ਦਈਏ, ਤਾਂ ਟੋਟਲ ਸਰਕਟ ਦੀ ਰजिस्टेंस ਕੀ ਹੋ ਜਾਏਗੀ? ਇੱਥੇ ਮੰਨ ਲਓ 2 ਓਮ ਦੀ ਹੋਰ ਲਿਆ ਕੇ ਲਾ ਦਈਏ, ਤਾਂ ਜਿਹੜਾ ਪਹਿਲਾਂ ਸਾਡੇ ਕੋਲੇ ਸੀਗੀ ਕੁੱਲ ਬਣਦੀ ਸੀਗੀ ਇਹ ਸਾਡੀ ਰजिस्टेंस 10 ਓਮ, ਤਾਂ 10 ਦੇ ਵਿੱਚ 2 ਜੋੜਾਂਗੇ, ਹੁਣ ਕਿੰਨੀ ਬਣ ਜੂਗੀ 12 ਓਮ। ਤਾਂ ਸੀਰੀਜ਼ ਵਿੱਚ ਸਰਕਟ ਦੇ ਵਿੱਚ ਜਿਹੜੀ ਹੁੰਦੀ ਹੈ ਰजिस्टेंस ਹਮੇਸ਼ਾ ਉਹ ਜੁੜਦੀ ਹੁੰਦੀ ਆ, ਉਹ ਵੱਧਦੀ ਹੁੰਦੀ ਹੈ। ਜਿੱਡਾ ਵੱਡਾ ਸਰਕਟ ਹੋਊਗਾ ਸੀਰੀਜ਼, ਉਨੀ ਉਹਦੀ ਰजिस्टेंस ਵਾਧੂ, ਉਨੀ ਉਹਦੇ ਵਿੱਚ ਕਰੰਟ ਘੱਟ ਹੋਊਗਾ। ਇਹ ਸਾਰ ਅੰਸ਼ ਹੈਗਾ ਸੀਰੀਜ਼ ਸਰਕਟ ਬਾਰੇ। ਇੱਕ ਕੰਬੀਨੇਸ਼ਨ ਹੋਰ ਹੁੰਦਾ ਜਿਸ ਦਾ ਨਾਮ ਹੁੰਦਾ ਸਮਾਨ ਅੰਤਰ, ਜਿਸ ਨੂੰ ਅਸੀਂ ਕਹਿੰਦੇ ਆਂਗੇ ਪੈਰਲਲ ਕੰਬੀਨੇਸ਼ਨ। ਹੁਣ ਆਪਾਂ ਪੈਰਲਲ ਕੰਬੀਨੇਸ਼ਨ ਬਾਰੇ ਪੜ੍ਹਦੇ ਆਂਗੇ, ਫਿਰ ਤੁਹਾਡੇ ਸਾਰੇ ਕੁਐਸਚਨ ਦੇਖਿਓ ਸੋਲਵ ਹੋ ਜਾਣਗੇ। ਪੈਰਲਲ ਕੰਬੀਨੇਸ਼ਨ ਦੇ ਵਿੱਚ ਕੀ ਹੁੰਦਾ? ਮੰਨ ਲਓ ਇੱਕ ਰजिस्टेंस ਆਹ ਹੈਗੀ ਰਾਜੇ, ਅਤੇ ਦੂਜੀ ਬੱਚੇ ਆਹ ਹੈਗੀ ਆ, ਆਹ ਇਹਦਾ ਸਿਰਾ ਹੈਗਾ ਪਹਿਲਾ, ਆਹ ਦੂਜਾ ਸਿਰਾ ਹੈਗਾ, ਤੀਜਾ ਸਿਰਾ ਹੈਗਾ ਅਤੇ ਆਹ ਚੌਥਾ ਸਿਰਾ ਹੈਗਾ।
ਇਹਨਾਂ ਨੂੰ ਜੇ ਆਪਾਂ ਆਹ ਦੋਨੇ ਸਿਰਿਆਂ ਨੂੰ ਅੱਡ ਇਕੱਠੇ ਕਰ ਦਈਏ ਤੇ ਇਹਨਾਂ ਨੂੰ ਅੱਡ ਇਕੱਠੇ ਕਰ ਦਈਏ, ਉਸ ਤੋਂ ਬਾਅਦ ਇੱਥੇ ਲਾ ਦਈਏ ਆਪਾਂ ਇੱਕ ਵੋਲਟੇਜ ਸੋਰਸ, ਤਾਂ ਆਹ ਹੁਣ ਰੈਜ਼ਿਸਟੈਂਸ R1 ਅਤੇ ਰੈਜ਼ਿਸਟੈਂਸ R2 ਇਹ ਪੈਰਲਲ ਦੇ ਵਿੱਚ ਨਹੀਂ ਆ। ਹੁਣ ਸਮਾਨਾਂਤਰ ਦੇ ਵਿੱਚ ਕੀ ਹੁੰਦਾ ਕਿ ਕੋਈ ਵੀ ਦੋ ਰੈਜ਼ਿਸਟੈਂਸ ਆ ਉਹਨਾਂ ਦੇ ਇੱਕ ਸਿਰੇ ਆ ਜਿਹੜੇ ਉਹ ਇੱਕ ਪਾਸੇ ਜੁੜ ਗਏ ਨਾ, ਇੱਕ ਪਾਸੇ ਦੋਨੇ ਸਿਰੇ, ਤੇ ਜਿਹੜੇ ਦੂਜੇ ਸਿਰੇ ਉਹ ਆਪਸ ਦੇ ਵਿੱਚ ਜੁੜ ਕੇ ਦੂਜੇ ਪਾਸੇ ਜੁੜੇ ਹੋਣ। ਠੀਕ ਹੈ ਜੀ, ਤਾਂ ਇਹਨਾਂ ਨੂੰ ਆਪਾਂ ਕਹਿਣਾ ਸਮਾਨਾਂਤਰ ਕੰਬੀਨੇਸ਼ਨ, ਪੈਰਲਲ ਕੰਬੀਨੇਸ਼ਨ। ਇਹਨਾਂ ਨੂੰ ਹੁਣ ਜੋੜ ਕੇ ਨਹੀਂ ਕੱਢਣਾ ਹੈਗਾ, ਕਿਉਂਕਿ ਜੋੜ ਕੇ ਤਾਂ ਸੀਰੀਜ਼ ਦੇ ਵਿੱਚ ਅਸੀਂ ਕੱਢਦੇ ਸੀਗੇ। ਤਾਂ ਇਹਨਾਂ ਨੂੰ ਫਿਰ ਕਿਵੇਂ ਸੋਲਵ ਕਰਨਾ ਹੈਗਾ? ਦੇਖੋ, ਮੰਨ ਲਓ ਤੁਹਾਡੇ ਕੋਲ ਰੈਜ਼ਿਸਟੈਂਸ ਹੈਗੀ, ਇੱਕ ਰੈਜ਼ਿਸਟੈਂਸ ਹੈਗੀ ਇਹਦਾ ਨਾਂ ਹੈਗਾ R1, ਇੱਕ ਰੈਜ਼ਿਸਟੈਂਸ ਹੈਗੀ ਆ ਇਹਦਾ ਨਾਂ ਹੈਗਾ R2। ਜੇ ਆਹ A ਤੇ B ਟਰਮੀਨਲ ਦੇ ਵਿੱਚ ਸਾਨੂੰ ਪੁੱਛਿਆ ਜਾਵੇ ਕਿ ਟੋਟਲ ਰੈਜ਼ਿਸਟੈਂਸ ਕਿੰਨੀ ਹੋਏਗੀ, ਤਾਂ ਟੋਟਲ ਰੈਜ਼ਿਸਟੈਂਸ ਦਾ ਫਾਰਮੂਲਾ ਹੈਗਾ ਵੀ ਇਹ ਜਿੰਨੀਆਂ ਵੀ ਇਹਦੀਆਂ ਵੈਲਿਊਜ਼ ਨੇਗੀਆਂ ਇਹਨਾਂ ਨੂੰ ਗੁਣਾ ਕਰ ਲਓ ਉੱਪਰਲੇ ਪਾਸੇ ਤੇ ਨੀਚੇ ਉਹਨਾਂ ਨੂੰ ਪਲੱਸ ਕਰ ਲਓ ਬਟੇ ਪਾ ਕੇ। ਮੰਨ ਲਓ ਇਹਦੀਆਂ ਵੈਲਿਊਜ਼ ਮੰਨ ਲੈਂਦੇ ਹੈਗੇ ਆਪਾਂ। ਹੁਣ ਮੰਨ ਲਓ ਆ ਜਿਹੜੀ ਆ ਪਹਿਲੀ ਹੈਗੀ ਰੈਜ਼ਿਸਟੈਂਸ ਇਹ ਹੈਗੀ 6 ਓਹਮ ਦੀ, ਤੇ ਇੱਕ ਦੂਜੀ ਰੈਜ਼ਿਸਟੈਂਸ ਹੈਗੀ ਉਹ ਹੈ ਸਾਡੇ ਕੋਲ ਇੱਕ 6 ਹੈ, ਇੱਕ ਸਾਡੇ ਕੋਲ 3 ਹੈਗਾ। ਤਾਂ ਸਾਡੇ ਕੋਲ ਫਾਰਮੂਲਾ ਕੀ ਸੀਗਾ ਕਿ R1 ਨੂੰ R2 ਦੇ ਨਾਲ ਗੁਣਾ ਕਰਨਾ ਹੈਗਾ, ਫਿਰ ਵੱਡੇ ਪਾਉਣੇ ਆ, ਹੇਠਲੇ ਪਾਸੇ ਅਸੀਂ ਉਹਨੂੰ ਪਲੱਸ ਕਰਨਾ। ਬਾਰ-ਬਾਰ ਆਪਦੇ ਮੂੰਹ ਦੇ ਵਿੱਚ ਬੋਲੀ ਜਾਇਆ ਕਰੋ, ਫਾਰਮੂਲੇ ਯਾਦ ਕਰਨ ਦੀ ਲੋੜ ਨਹੀਂ ਪੈਣੀ, ਆਪਣੇ ਆਪ ਰੱਟ ਜਾਣਗੇ। ਤਾਂ ਸਭ ਤੋਂ ਪਹਿਲਾਂ R1, ਇਹਨੂੰ R1 ਮੰਨ ਲਓ, ਇਹਨੂੰ R2 ਮੰਨ ਲਓ, ਕਿਸੇ ਨੂੰ ਮਰਜ਼ੀ ਕੁਛ ਮਰਜ਼ੀ ਮੰਨ ਸਕਦੇ ਆ, ਪਰ ਇੱਕ R1 ਹੈ, ਦੋਨਾਂ ਦੇ ਵਿੱਚੋਂ ਕੋਈ ਇੱਕ R2 ਆ। ਅਸੀਂ ਕੀ ਕਰਨਾ, ਦੋਨਾਂ ਨੂੰ ਆਪਸ ਦੇ ਵਿੱਚ ਪਹਿਲਾਂ ਮਲਟੀਪਲਾਈ ਕਰਨਾ, 6 ਗੁਣਾ 3, ਫਿਰ ਦੇਖੋ ਵੱਡੇ ਪਾ ਦੇਣੇ ਆ, ਫਿਰ 6 + 3। ਹੁਣ ਸਭ ਤੋਂ ਪਹਿਲੇ ਧਿਆਨ ਰੱਖਿਓ ਬੱਚੇ ਜਿਨ੍ਹਾਂ ਦਾ ਮੈਥ ਕਮਜ਼ੋਰ ਆ, ਆਹ 6 ਨੂੰ ਅਸੀਂ ਜਿਹੜਾ 3 ਇਹਨੂੰ 6 ਨਾਲ ਉੱਪਰ ਨੂੰ ਇਹ ਥੱਲੇ ਨਾਲ ਨਹੀਂ ਕੱਟ ਸਕਦੇ, ਕਿਉਂਕਿ ਹੇਠਾਂ ਪਲੱਸ ਲਿਖਿਆ ਉੱਪਰ ਗੁਣਾ ਲਿਖੀ ਆ। ਸਭ ਤੋਂ ਪਹਿਲਾਂ ਸਾਨੂੰ ਹੇਠਾਂ ਪਲੱਸ ਕਰਨਾ ਪਊਗਾ। 6 + 3 ਕਿੰਨਾ ਹੁੰਦਾ? 9 ਹੁੰਦਾ। 6 ਤੀਏ ਉੱਪਰ ਕਿੰਨਾ ਹੁੰਦਾ? 18 ਹੁੰਦਾ। ਤਾਂ ਹੁਣ ਇਹਨੂੰ ਕੱਟ ਕੇ ਸਾਡੇ ਕੋਲ ਕਿੰਨਾ ਆਊਗਾ? ਸਾਡੇ ਕੋਲ 2 ਓਹਮ ਆ ਗਿਆ। ਇਹਦਾ ਮਤਲਬ ਜਿਹੜਾ ਸਾਡਾ ਸਾਰਾ ਸਰਕਟ ਦਿਖਦਾ ਹੈਗਾ, ਇਹਦੀ ਜਿਹੜੀ ਰੈਜ਼ਿਸਟੈਂਸ ਆਈ ਆ ਉਹ ਕਿੰਨੀ ਆਈ ਹੈ? ਕੁੱਲ 2 ਓਹਮ ਆਈ ਹੈ। ਇਹ ਗੱਲ ਕਲੀਅਰ ਹੋ ਗਈ ਕਿ 6 ਤੇ 3 ਦੀ ਥਾਂ ਤੇ ਸਿਰਫ ਆਪਾਂ 2 ਵੀ ਲਿਖ ਲਈਏ ਨਾ, ਆਹ 2 ਟਰਮੀਨਲਾਂ ਜਿਹੜੀ ਰੈਜ਼ਿਸਟੈਂਸ ਹੈਗੀ ਤਾਂ ਉਹ ਸੇਮ ਹੋਏਗੀ। ਹੁਣ ਇੱਥੇ ਸਭ ਤੋਂ ਇੰਪੋਰਟੈਂਟ ਜਿਹੜੀ ਗੱਲ ਨਿਕਲ ਕੇ ਆਉਂਦੀ ਆ ਬੱਚੇ, ਉਹ ਕੀ ਆਉਂਦੀ ਹੈ ਕਿ ਜਿਹੜੀ ਆ 2 ਓਮ ਰੈਜ਼ਿਸਟੈਂਸ ਆਈ ਹੈ ਨਾ, ਇਹ ਦੇਖੋ ਟੋਟਲ ਜਿਹੜੀ ਰੈਜ਼ਿਸਟੈਂਸ ਜਿਹੜੀ ਆਪ ਸੀਗੀ ਇਹ ਇਹਨਾਂ ਤੋਂ ਵੱਡੀ ਆਈ ਹੈਗੀ, ਇਹ ਵੱਡੀ ਹੋਈ ਹੈ ਕਿ ਛੋਟੀ ਹੋਈ ਆ? ਦੇਖੋ, ਸਭ ਤੋਂ ਛੋਟੀ ਰੈਜ਼ਿਸਟੈਂਸ ਇਹਨਾਂ ਦੇ ਵਿੱਚ 3 ਸੀਗੀ ਤੇ 3 ਤੋਂ ਵੀ ਛੋਟੀ ਹੋ ਗਈ। ਇਹਦਾ ਮਤਲਬ ਜੇ ਸੀਰੀਜ਼ ਦੇ ਵਿੱਚ ਰੈਜ਼ਿਸਟੈਂਸ ਵੱਡੀ ਹੋ ਜਾਂਦੀ ਆ ਤਾਂ ਪੈਰਲਲ ਦੇ ਵਿੱਚ ਰੈਜ਼ਿਸਟੈਂਸ ਜਿਹੜੀ ਹੁੰਦੀ ਆ, ਕੁੱਲ ਰੈਜ਼ਿਸਟੈਂਸ, ਜਦੋਂ ਪੈਰਲਲ ਦੇ ਵਿੱਚ ਆਪਾਂ ਰੈਜ਼ਿਸਟੈਂਸ ਲਗਾਈ ਜਾਂਦੇ ਆਂਗੇ ਤਾਂ ਰੈਜ਼ਿਸਟੈਂਸ ਜਿਹੜੀ ਹੁੰਦੀ ਆ ਉਹ ਘਟ ਜਾਂਦੀ ਹੈਗੀ। ਇਹ ਗੱਲ ਯਾਦ ਰੱਖਿਓ। ਅੱਛਾ, ਇਹਦੇ ਅੱਗੇ ਇਹਨਾਂ ਦਾ ਆਏਗਾ, ਇਹਦੀ ਐਪਲੀਕੇਸ਼ਨ ਆਏਗੀ, ਇਹ ਸਾਨੂੰ ਲੋੜ ਪਏਗੀ ਇਹਦੀ ਅੱਗੇ। ਆਪਾਂ ਇਹ ਚਲੋ ਤੁਸੀਂ ਕਹੋਗੇ ਵੀ 6 ਤੇ 3 ਵਾਸਤੇ ਹੋ ਗਿਆ ਜੀ, ਕਿਸੇ ਹੋਰ ਵਾਸਤੇ ਕਰਕੇ ਦੇਖ ਲੈਂਦੇ ਆਪਾਂ ਕਰਕੇ ਦੇਖ ਲੈਂਦੇ ਇਹਨੂੰ 9 ਤੇ 3 ਵਾਸਤੇ। ਵੀ ਇੱਕ ਰੈਜ਼ਿਸਟੈਂਸ ਹੈਗੀ ਸਾਡੀ 9 ਓਹਮ ਦੀ, ਇੱਕ ਰੈਜ਼ਿਸਟੈਂਸ ਹੈਗੀ ਸਾਡੀ 3 ਓਹਮ ਦੀ। ਤਾਂ 9 ਤੇ 3 ਨੂੰ ਜੇ ਆਪਾਂ ਕਰਾਂਗੇ ਤਾਂ ਸਭ ਤੋਂ ਪਹਿਲਾਂ ਗੁਣਾ ਕਰਨਾ ਪਊਗਾ, 9 ਗੁਣਾ 3, ਫਿਰ ਪਲੱਸ ਕਰਨਾ ਪਊਗਾ, 9 + 3। ਉੱਪਰ ਆ ਗਿਆ 27, ਹੇਠਲੇ ਪਾਸੇ ਆ ਗਿਆ 12, ਤੇ ਕਿੰਨੇ 3 ਤੇ ਕੱਟ ਜੂਗਾ ਨਾ, ਇਹ ਕਿੰਨਾ ਆ ਗਿਆ? 9 ਤੀਆ 27, 3 ਤੇ ਗਿਆ ਨਾ, ਇਹ ਹੇਠ ਆ ਗਿਆ 4। ਠੀਕ ਹੈ, ਤਾਂ ਇਸ ਤੋਂ ਬਾਅਦ ਆਪਾਂ ਇਹਨੂੰ ਵੰਡ ਕਰਾਂਗੇ। ਕਿਵੇਂ ਵੰਡ ਕਰਦੇ ਹੁੰਦੇ ਵੀ 9 ਇੱਥੇ ਆ, 4 ਇੱਥੇ ਆ, ਪਹਿਲਾਂ 1 ਤੇ ਗਿਆ, 4 ਦੂਣੀ 8, 2 ਤੇ ਗਿਆ ਸੌਰੀ, ਤਾਂ ਸਾਡੇ ਕੋਲ ਕਿੰਨਾ ਆ ਗਿਆ? 1। ਠੀਕ ਹੈ, ਉਸ ਤੋਂ ਬਾਅਦ ਪੁਆਇੰਟ ਲੱਗ ਜੂਗਾ, ਫਿਰ ਉੱਪਰ 0 ਉੱਤਰ ਜੂਗੀ, ਫਿਰ 2। ਜਿਹੜਾ ਮਤਲਬ ਲਗਭਗ ਇਹ ਸਾਡੇ ਕੋਲ ਕਿੰਨਾ ਆ ਗਿਆ? 2.2 ਓਹਮ ਦੀ ਰੈਜ਼ਿਸਟੈਂਸ ਆ ਗਈ ਸਾਡੇ ਕੋਲ। ਦੇਖੋ, ਸਭ ਤੋਂ ਵੱਡੀ ਰੈਜ਼ਿਸਟੈਂਸ ਆ 9 ਸੀਗੀ ਕਿ ਆ 3 ਸੀਗੀ, ਦੋਨਾਂ ਤੋਂ ਵੀ ਛੋਟੀ ਰੈਜ਼ਿਸਟੈਂਸ ਆਈ ਆ 2.2। ਇੱਕ ਹੋਰ ਮੰਨ ਕੇ ਦੇਖ ਲੈਂਦੇ ਹੈਗੇ। ਪਹਿਲੀ ਰੈਜ਼ਿਸਟੈਂਸ ਹੈਗੀ 6 ਓਹਮ ਦੀ, ਪੈਰਲਲ ਦੇ ਵਿੱਚ ਦੂਜੀ ਇੱਕ ਹੋਰ ਰੈਜ਼ਿਸਟੈਂਸ ਲੱਗੀ, ਉਹ ਵੀ 6 ਓਹਮ ਦੀ ਹੈਗੀ। ਤਾਂ ਹੁਣ ਦੇਖੀਏ ਆਪਾਂ ਕਿੰਨਾ ਰੈਜ਼ਿਸਟੈਂਸ ਬਣਦੀ ਹੈਗੀ। 6 ਨੂੰ 6 ਨਾਲ ਪਹਿਲਾਂ ਗੁਣਾ ਕਰੋ, ਫਿਰ 6 ਨੂੰ 6 ਦੇ ਨਾਲ ਪਲੱਸ ਕਰੋ, 36 / 12, ਤਾਂ 12 ਤੀਆ 36। ਇਹ ਦੇਖੋ, ਇਹ ਵੀ ਇਹਨਾਂ ਤੋਂ ਛੋਟੀ ਆ ਗਈ। ਤਾਂ ਪੈਰਲਲ ਦੇ ਵਿੱਚ ਅਸੀਂ ਕੀ ਯਾਦ ਰੱਖਣਾ ਗਾ ਕਿ ਜਿਹੜੀ ਸਾਡੀ ਟੋਟਲ ਰੈਜ਼ਿਸਟੈਂਸ ਹੁੰਦੀ ਹੈਗੀ ਉਹ ਘਟ ਜਾਂਦੀ ਹੈਗੀ। ਕਿੰਨੀ ਘਟ ਜਾਂਦੀ ਆ ਵੀ ਉਹਦੇ ਵਿੱਚ ਜਿਹੜੀਆਂ ਰੈਜ਼ਿਸਟੈਂਸ ਸਾਨੂੰ ਅਸੀਂ ਲੈ ਕੇ ਆਪਾਂ ਸੋਲਵ ਕਰ ਰਹੇ ਹਾਂ, ਉਹਦੇ ਵਿੱਚ ਜਿਹੜੀ ਛੋਟੀ ਤੋਂ ਛੋਟੀ ਰੈਜ਼ਿਸਟੈਂਸ ਹੋਏਗੀ, ਆਨਸਰ ਜਿਹੜਾ ਹੋਊਗਾ ਉਸ ਤੋਂ ਵੀ ਛੋਟਾ ਹੋਊਗਾ ਹਮੇਸ਼ਾ। ਇਹ ਗੱਲ ਕਲੀਅਰ ਹੋ ਗਈ। ਤਾਂ ਲਓ ਜੀ, ਮੈਂ ਇਹਦੇ ਵਾਸਤੇ ਇੱਕ ਤੁਹਾਨੂੰ ਸਰਕਟ ਸੋਲਵ ਕਰਕੇ ਦਿਖਾ ਦਿੰਦਾ ਗਾ। ਮੰਨ ਲਓ ਇਹ ਜ਼ਰੂਰੀ ਨਹੀਂ ਹੈਗਾ ਰਾਜੇ ਇੱਦਾਂ ਲੱਗੀਆਂ ਹੁਣ ਰੈਜ਼ਿਸਟੈਂਸ, ਅਸੀਂ ਸ਼ੇਪ ਨਹੀਂ ਦੇਖਣੀ, ਅਸੀਂ ਕੀ ਦੇਖਣਾ ਗਾ, ਮੈਂ ਪਹਿਲਾਂ ਵੀ ਕਿਹਾ ਸੀਗਾ ਤੈਨੂੰ, ਅਸੀਂ ਸ਼ੇਪ ਨਹੀਂ ਦੇਖਣੀ, ਅਸੀਂ ਕੀ ਦੇਖਣਾ ਗਾ, ਅਸੀਂ ਕਨੈਕਸ਼ਨ ਦੇਖਣੇ ਆ ਵੀ ਆਹ ਰੈਜ਼ਿਸਟੈਂਸ ਪਈ ਆ, ਇੱਕ ਆਹ ਰੈਜ਼ਿਸਟੈਂਸ ਪਈ ਆ, ਆਹ ਦੋਨੇ ਆਪਸ 'ਚ ਜੁੜ ਗਈਆਂ ਅਤੇ ਜੋੜਨ ਤੋਂ ਬਾਅਦ ਅੱਗੇ ਜਾ ਕੇ ਕਿਸੇ ਵੋਲਟੇਜ ਸੋਰਸ ਨਾਲ ਲੱਗ ਗਈਆਂ। ਠੀਕ ਹੈ ਜੀ, ਅੱਗੇ ਜਾ ਕੇ ਇਹ ਕਿਸੇ ਵੋਲਟੇਜ ਸੋਰਸ ਦੇ ਨਾਲ ਲੱਗ ਗਈਆਂ।
ਤਾਂ ਜਿਹੜੀ ਉਹ ਵੋਲਟੇਜ ਸੋਰਸ ਨਾਲ ਲੱਗੀਆਂ ਨੇਗੀਆਂ ਇੱਦਾਂ ਕਰਕੇ। ਮੰਨ ਲਓ ਆਹ ਹੈਗਾ ਸਾਡਾ 12 ਓਹਮ ਅਤੇ ਆਹ ਹੈਗੀ ਆ ਸਾਡੀ 12 ਓਹਮ ਅਤੇ ਇੱਥੇ ਹੈਗਾ 24 ਵੋਲਟ। ਤਾਂ ਹੁਣ ਜੇ ਸਾਨੂੰ ਇਹਦਾ ਕਰੰਟ ਪੁੱਛ ਲਿਆ ਜਾਵੇ ਵੀ ਕਰੰਟ ਕਿੰਨਾ ਹੋਏਗਾ, ਤਾਂ ਕਰੰਟ ਕੱਢਣ ਵਾਸਤੇ ਸਾਨੂੰ ਕੀ ਕਰਨਾ ਪਏਗਾ, ਵੋਲਟੇਜ ਡਿਵਾਈਡ ਬਾਈ ਰੈਜ਼ਿਸਟੈਂਸ। ਸਭ ਤੋਂ ਪਹਿਲਾਂ ਜਿਹੜੀਆਂ ਇਹ 2 ਰੈਜ਼ਿਸਟੈਂਸਾਂ ਨੇਗੀਆਂ ਇਹਨੂੰ ਇੱਕ ਰੈਜ਼ਿਸਟੈਂਸ ਦੇ ਵਿੱਚ ਬਣਾਓ। ਕਿੰਨਾ ਬਣੇਗਾ ਦੇਖੋ ਕਰਕੇ। ਸਭ ਤੋਂ ਪਹਿਲਾਂ ਕੀ ਕਰਨਾ ਪਏਗਾ, ਫਸਟਲੀ ਸਾਨੂੰ 12 ਗੁਣਾ ਗਾ 12, 12 + 12 ਕਿੰਨੇ ਹੁੰਦੇ 24। ਆਹ ਇਹਦੇ ਨਾਲ ਕੱਟ ਸਕਦਾ ਹੁੰਦਾ ਰਾਜੇ 2 6। ਤੁਹਾਡੇ ਕੋਲ ਕੁੱਲ ਰੈਜ਼ਿਸਟੈਂਸ ਕਿੰਨੀ ਆ ਗਈ, ਇਹਨਾਂ ਦੋਨਾਂ ਦੀ ਥਾਂ 'ਤੇ ਆਪਾਂ ਸਿਰਫ ਇੱਕ ਰੈਜ਼ਿਸਟੈਂਸ ਲਗਾ ਸਕਦੇ ਹਾਂਗੇ 6 ਦੀ। ਆਹ 24 ਵੋਲਟ ਆ, ਠੀਕ ਹੈ ਜੀ। ਤਾਂ ਜਦੋਂ 6 ਦੀ ਲਗਾਈ ਸਾਡੇ ਕੋਲ ਕਰੰਟ ਕਿੰਨਾ ਆਊਗਾ, ਹੁਣ ਇੱਥੇ ਭਰ ਲਓ ਅਸੀਂ। ਵੋਲਟੇਜ ਕਿੰਨੀ ਹੈ ਸਾਡੀ 24 ਅਤੇ ਰੈਜ਼ਿਸਟੈਂਸ ਸਾਡੀ ਕਿੰਨੀ ਹੈਗੀ 6 ਚੌਕਾ 24। ਅਤੇ ਇਹਦਾ ਮਤਲਬ ਇੱਥੋਂ ਕਰੰਟ ਕਿੰਨਾ ਨਿਕਲਿਆ ਸਾਡਾ 4 ਐਂਪੀਅਰ ਕਰੰਟ। ਅਤੇ ਗੱਲ ਸਮਝ ਆ ਗਈ ਤੁਹਾਨੂੰ, ਜਾਂ ਫਿਰ ਇੱਥੋਂ ਕਹਿ ਲਓ ਆਪਣਾ ਕਿੰਨਾ ਨਿਕਲਿਆ 4 ਐਂਪੀਅਰ ਕਰੰਟ। ਹੁਣ ਗੁਣਾ ਕਰਕੇ ਦੇਖੋ 6 ਨੂੰ 4 ਨਾਲ ਗੁਣਾ ਕੀਤੀ ਕਿੰਨਾ ਹੁੰਦਾ 24। ਤਾਂ ਹੁਣ ਇਹ ਕੀ ਬਣ ਗਿਆ ਸੀਗਾ, ਇੱਕ ਸਰਕਟ ਸੀਰੀਜ਼ ਸਰਕਟ ਵਾਂਗੂ ਬਣ ਗਿਆ ਸੀਗਾ ਨਾ, ਜਿਵੇਂ ਸਭ ਤੋਂ ਪਹਿਲੇ ਦਿਨ ਅਸੀਂ ਪੜ੍ਹਿਆ ਸੀਗਾ। ਅਤੇ ਜਿੰਨੀ ਵੋਲਟ ਪੈਦਾ ਹੋਈ ਉਨੀ ਵੋਲਟੇਜ ਖਾਧੀ ਗਈ। ਤਾਂ ਮਤਲਬ ਆਪਣਾ ਕੁਐਸਚਨ ਸਹੀ ਹੈਗਾ। ਤਾਂ ਇਹ ਕੁਛ ਰੂਲ ਨੇਗੇ ਸੀਰੀਜ਼ ਦੇ ਵਿੱਚ। ਆਪਾਂ ਕੀ ਕਿਹਾ ਸੀ, ਕਰੰਟ ਹਮੇਸ਼ਾ ਸੇਮ ਰਹਿੰਦਾ। ਅਤੇ ਹੁਣ ਇੱਕ ਗੱਲ ਹੋਰ ਸੁਣੋ ਵੀ ਜਿਹੜੀ ਇੱਕ ਆਹ 12 ਓਮ ਦੀ ਰੈਜ਼ਿਸਟੈਂਸ ਪਈ ਜਿਹੜੀ ਆ ਉੱਪਰ ਪਈ ਆ 12 ਓਮ ਦੀ ਰੈਜ਼ਿਸਟੈਂਸ, ਇਹਦਾ ਜਿਹੜਾ ਸਿਰਾ ਹੈਗਾ ਦੇਖੋ ਇਹ ਕਿੱਥੇ ਆ ਕੇ ਜੁੜ ਰਿਹਾ ਹੈਗਾ, ਪੋਜ਼ੀਟਿਵ ਨਾਲ। ਅਤੇ ਜਿਹੜਾ ਦੂਜਾ ਸਿਰਾ ਇਹ ਕਿੱਥੇ ਆ ਕੇ ਜੁੜ ਰਿਹਾ ਹੈਗਾ, ਨੈਗੇਟਿਵ ਨਾਲ। ਇਹਦਾ ਮਤਲਬ ਜਿਹੜਾ 24 ਵੋਲਟ ਹੈਗਾ, ਜਿਹੜੀ ਆਹ 24 ਵੋਲਟ ਦੀ ਸਪਲਾਈ ਹੈਗੀ, ਇਸ 12 ਓਮ ਦੀ ਵੋਲਟੇਜ ਨੂੰ ਕਿੰਨੀ ਵੋਲਟੇਜ ਮਿਲ ਰਹੀ ਹੈ, 12 ਓਮ ਦੀ ਰੈਜ਼ਿਸਟੈਂਸ ਨੂੰ ਕਿੰਨੀ ਵੋਲਟੇਜ ਮਿਲ ਰਹੀ ਹੈ, ਦੇਖੋ ਸਿੱਧਾ ਆ ਕੇ ਜੁੜ ਗਿਆ ਨਾ। ਤਾਂ ਇਹਨੂੰ ਮਿਲ ਰਹੀ ਹੈ 24 ਵੋਲਟ। ਇਹਦਾ ਮਤਲਬ ਇਹਦੇ ਕ੍ਰਾਸ ਵੋਲਟੇਜ ਕਿੰਨੀ ਹੈ 24। ਅਤੇ ਜੇ ਆਪਾਂ ਦੂਜਾ ਦੇਖੀਏ ਇਹਦੇ ਕ੍ਰਾਸ ਦੇਖੀਏ ਆਪਣਾ ਕਿੰਨਾ ਗਾ, ਦੇਖੋ ਆਹ ਜਿਹੜੀ 12 ਓਮ ਦੀ ਰੈਜ਼ਿਸਟੈਂਸ ਹੈਗੀ ਇਹ ਵੀ ਜਾ ਕੇ ਕਿੱਥੇ ਜੁੜ ਰਹੀ ਹੈ, ਸਿੱਧੀ ਇੱਥੇ। ਅਤੇ ਜਿਹੜਾ ਇੱਧਰਲਾ ਪਾਸਾ ਇਹ ਵੀ ਕਿੱਥੇ ਜੁੜ ਰਿਹਾ ਜਾ ਕੇ ਇੱਥੇ। ਇਹਦਾ ਮਤਲਬ ਉੱਪਰਲੇ 12 ਓਮ ਨੂੰ ਅਤੇ ਹੇਠਲੇ 12 ਓਮ ਦੋਨਾਂ ਨੂੰ ਸਿੱਧੇ ਤੌਰ ਦੇ ਉੱਪਰ ਇੱਕ ਵੋਲਟੇਜ ਸੋਰਸ ਮਿਲਿਆ ਹੋਇਆ ਕਿੰਨੇ ਦਾ 24 ਦਾ। ਅਤੇ ਜਿਹੜੀ ਗੱਲ ਯਾਦ ਰੱਖਣੀ ਆ ਉਹ ਕੀ ਰੱਖਣੀ ਆ, ਉਹ ਮੈਂ ਇੱਥੇ ਲਿਖ ਦਿੰਦਾ ਗਾ ਕਿ ਪੈਰਲ ਦੇ ਵਿੱਚ ਵੋਲਟੇਜ ਜਿਹੜੀ ਹੁੰਦੀ ਹੈਗੀ ਉਹ ਸੇਮ ਹੁੰਦੀ ਹੈ। ਜੇ ਕੋਈ ਵੀ ਇੱਕ ਰੈਜ਼ਿਸਟੈਂਸ ਲੱਗੀ ਹੋਈ ਹੈ, ਜਿੰਨੀ ਵੋਲਟੇਜ ਇਹਦੇ ਕ੍ਰਾਸ ਆ, ਮੰਨ ਲਓ ਉਹਨੇ ਕਹਿੰਦਾ ਇੱਥੇ 2 ਵੋਲਟ ਹੈਗੀ ਇਹਦੇ ਕ੍ਰਾਸ, ਤਾਂ ਜਿਹੜਾ ਇਹਦੇ ਪੈਰਲ ਦੇ ਵਿੱਚ ਲੱਗਿਆ ਪੱਕੀ ਗੱਲ ਹੈ ਇੱਥੇ ਵੀ ਸਾਡੇ ਕੋਲ ਕਿੰਨੀ ਹੋਏਗੀ 2 ਵੋਲਟ ਹੀ ਹੋਏਗੀ। ਪੈਰਲ ਦੇ ਵਿੱਚ ਵੋਲਟੇਜ ਜਿਹੜੀ ਹੁੰਦੀ ਆ ਉਹ ਸੇਮ ਹੁੰਦੀ ਹੈਗੀ। ਕਲੀਅਰ ਹੋ ਗਈ ਗੱਲ। ਤਾਂ ਜੇ ਵੋਲਟੇਜ ਸੇਮ ਹੁੰਦੀ, ਇੱਕ ਗੱਲ ਹੋਰ ਦੇਖੋ ਫਿਰ, ਮੰਨ ਲਓ ਆਹ ਤੁਹਾਡੇ ਕੋਲ ਸਰਕਟ ਹੈਗਾ ਇੱਦਾਂ ਦਾ, ਇਹ ਹੈਗਾ 3 ਓਹਮ, ਇਹ ਹੈਗਾ 6 ਓਹਮ। ਇੱਥੇ ਕੋਈ ਵੋਲਟੇਜ ਸੋਰਸ ਲੱਗਿਆ ਹੋਇਆ ਹੈਗਾ ਤੁਹਾਡਾ, ਮੰਨ ਲਓ ਉਹ 12 ਵੋਲਟ ਦਾ ਲੱਗਿਆ ਹੋਇਆ। ਤੁਹਾਨੂੰ ਪੁੱਛਿਆ ਜਾਂਦਾ ਕਿ ਸਭ ਤੋਂ ਪਹਿਲਾਂ ਤਾਂ 3 ਓਹਮ ਦੇ ਵਿੱਚ ਕਰੰਟ ਦੱਸੋ, ਫਿਰ ਦੱਸੋ 6 ਓਹਮ ਦੇ ਵਿੱਚ ਕਰੰਟ ਕਿੰਨਾ। ਹੁਣ ਜਿਹੜਾ ਕਰੰਟ ਹੁੰਦਾ, ਕਰੰਟ ਦਾ ਫਾਰਮੂਲਾ ਉਹੀ ਰਹੂਗਾ, ਨਾ ਉਹ ਸੀਰੀਜ਼ ਵਾਸਤੇ ਆ ਨਾ ਉਹ ਪੈਰਲ ਵਾਸਤੇ, ਉਹ ਸਾਰਿਆਂ ਵਾਸਤੇ ਹੀ ਹੁੰਦਾ ਕਿ ਕਰੰਟ ਹੁੰਦਾ ਵੋਲਟੇਜ ਡਿਵਾਈਡ ਬਾਈ ਰੈਜ਼ਿਸਟੈਂਸ। ਕਿ ਜਿਹੜਾ ਅਸੀਂ ਕਰੰਟ ਮੰਨ ਲਓ ਇੱਥੇ ਕਰੰਟ ਅਸੀਂ ਕੱਢਣਾ I1, ਇੱਥੇ ਕਰੰਟ ਅਸੀਂ ਕੱਢਣਾ I2। ਜਿਹੜਾ I1 ਕਰੰਟ ਜਾਏਗਾ ਉਹ ਇਹਦੇ ਹਿਸਾਬ ਨਾਲ ਜਾਏਗਾ, ਜਿਹੜਾ I2 ਕਰੰਟ ਜਾਏਗਾ ਉਹ ਇਸ ਰੈਜ਼ਿਸਟੈਂਸ ਦੇ ਹਿਸਾਬ ਨਾਲ ਫਲੋ ਕਰੇਗਾ। ਤਾਂ ਜੇ ਆਪਾਂ ਇੱਥੇ ਦੇਖੀਏ ਵੀ ਆਹ 2 ਜਿਹੜੇ ਸਿਰੇ ਹੈਗੇ 3 ਓਹਮ ਦੀ, ਜਿਹੜੀ ਆਹ 3 ਓਹਮ ਦੀ ਰੈਜ਼ਿਸਟੈਂਸ ਹੈ, ਇੱਥੇ ਵੋਲਟੇਜ ਕਿੰਨੀ ਹੈਗੀ ਬੱਚਿਓ, ਇੱਥੇ ਵੋਲਟੇਜ ਤਾਂ ਇਹਦੇ ਨਾਲ ਦੇਖੋ ਸਿੱਧਾ ਜਾ ਕੇ ਤਾਂ ਜੁੜਿਆ ਹੋਇਆ ਹੈਗਾ, ਆਹ ਸਿੱਧੀਆਂ ਤਾਰਾਂ ਹੀ ਨੇ ਨਾ। ਤਾਂ ਉੱਪਰਲੇ ਪਾਸੇ ਵੋਲਟੇਜ ਸਾਡੀ ਹੈਗੀ ਆ 12 ਅਤੇ ਰੈਜ਼ਿਸਟੈਂਸ ਇਹਦੀ ਆਪਣੀ ਕਿੰਨੀ ਹੈਗੀ 3। ਤੁਹਾਡੇ ਕੋਲ ਕਰੰਟ ਕਿੰਨਾ ਆ ਗਿਆ ਜੀ 4 ਐਂਪੀਅਰ। ਇਹਦਾ ਮਤਲਬ ਉੱਪਰ ਸਾਡੇ ਕੋਲ ਇੱਥੇ ਕਰੰਟ ਕਿੰਨਾ ਹੈਗਾ, ਸਾਡੇ ਕੋਲ 4 ਐਂਪੀਅਰ ਕਰੰਟ ਫਲੋ ਹੋ ਰਿਹਾ ਇੱਥੇ। ਓਕੇ ਜੀ, ਅੱਗੇ ਚੱਲਦੇ ਆਂਗੇ ਹੁਣ ਆਪਾਂ। ਜੇ ਮੰਨ ਲਓ ਹੁਣ ਆਪਾਂ I2 ਦੀ ਵੈਲਿਊ ਗੱਲ ਕਰੀਏ, I2 ਇੱਥੇ ਕਿੰਨਾ ਹੈਗਾ, ਤਾਂ I2 ਵਾਸਤੇ ਜਿਹੜੀ ਵੋਲਟੇਜ ਹੈਗੀ ਇੱਥੇ ਰਾਜਾ 2 ਸਿਰਿਆਂ ਦੇ ਉੱਪਰ ਵੋਲਟੇਜ ਕਿੰਨੀ ਆ 12 ਵੋਲਟ। ਤਾਂ ਕਰੰਟ ਆਪਾਂ ਕੱਢਣਾ ਗਾ 12 ਡਿਵਾਈਡ ਬਾਏ ਕਿੰਨਾ ਕਰਨਾ 6। ਤਾਂ ਜਦੋਂ 12 ਨੂੰ ਆਪਾਂ 6 ਦੇ ਨਾਲ ਡਿਵਾਈਡ ਕੀਤਾ ਸਾਡਾ ਆਇਆ ਕਿੰਨਾ ਹੈਗਾ 2 ਐਂਪੀਅਰ। ਇਹਦਾ ਮਤਲਬ ਇੱਥੇ ਕਿੰਨਾ ਕਰੰਟ ਹੈਗਾ ਸਾਡਾ 2 ਐਂਪੀਅਰ ਕਰੰਟ ਹੈਗਾ। ਤਾਂ ਇੱਕ ਚੀਜ਼ ਨੋਟ ਕਰਨ ਵਾਲੀ ਇਹ ਆ ਕਿ ਜਿਹੜਾ ਆਹ 12 ਵੋਲਟ ਦਾ ਸੋਰਸ ਆ ਇਹ ਤਾਂ ਦੋਨਾਂ ਵਾਸਤੇ ਸੇਮ ਹੀ ਹੈਗਾ, ਪਰ ਉਹ ਇੱਕ ਪਾਥ ਦੇ ਵਿੱਚ ਤਾਂ 4 ਐਂਪੀਅਰ ਕਰੰਟ ਫਲੋ ਕਰਾ ਰਿਹਾ ਹੈਗਾ, ਉਹੀ ਵੋਲਟੇਜ ਸੋਰਸ ਇੱਕ ਥਾਵੇਂ 2 ਐਂਪੀਅਰ ਕਰਾ ਰਿਹਾ। ਕਿਉਂ? ਜਿੱਥੇ ਰੈਜ਼ਿਸਟੈਂਸ ਵੱਡੀ ਹੈਗੀ ਉੱਥੇ ਕਰੰਟ ਘੱਟ ਆ, ਅਤੇ ਜਿੱਥੇ ਰੈਜ਼ਿਸਟੈਂਸ ਛੋਟੀ ਹੈਗੀ ਜਿਹੜੇ ਪਾਥ ਦੇ ਵਿੱਚ ਉੱਥੇ ਕਰੰਟ ਵੱਧ ਆ। ਤਾਂ ਮੈਂ ਮੁੜ ਕੇ ਇੱਕ ਹੀ ਗੱਲ ਬੋਲ ਰਿਹਾ ਹੈਗਾ ਕਿ ਜਿੱਥੇ ਵੀ ਰੈਜ਼ਿਸਟੈਂਸ ਵੱਧ ਹੋਏਗੀ ਉੱਥੇ ਹਮੇਸ਼ਾ ਕਰੰਟ ਜਿਹੜਾ ਹੋਏਗਾ ਉਹ ਘੱਟ ਹੋਏਗਾ, ਅਤੇ ਜਿਹੜੇ ਸਰਕਟ ਦੇ ਵਿੱਚ ਰੈਜ਼ਿਸਟੈਂਸ ਘੱਟ ਹੋਏਗੀ ਉੱਥੇ ਕਰੰਟ ਕੀ ਹੋਏਗਾ ਵੱਧ ਹੋਏਗਾ। ਅਤੇ ਪੈਰਲ ਵਾਸਤੇ ਇੱਕ ਚੀਜ਼ ਤੁਹਾਨੂੰ ਹੋਰ ਨੋਟ ਕਰਵਾਈ ਆ, ਉਹ ਕੀ ਕਰਵਾਈ ਹੈਗੀ ਕਿ ਪੈਰਲ ਦੇ ਵਿੱਚ ਵੋਲਟੇਜ ਜਿਹੜੀ ਹੁੰਦੀ ਹੈਗੀ ਉਹ ਸੇਮ ਹੁੰਦੀ ਹੈਗੀ, ਪਰ ਕਰੰਟ ਜਿਹੜਾ ਹੁੰਦਾ ਹੈਗਾ ਦੇਖੋ
ਜਿਹੜਾ ਆਹ ਪਾਥ ਆ ਇਹਨੂੰ ਆਪਾਂ A ਮੰਨ ਲਓ, ਇਹਨੂੰ ਆਪਾਂ B ਮੰਨ ਲਓ ਵੀ A B ਬ੍ਰਾਂਚ ਦੇ ਵਿੱਚ A B ਪਾਥ ਦੇ ਵਿੱਚ A B ਜਿਹੜਾ ਰਾਹ ਹੈਗਾ ਉੱਥੇ ਕਰੰਟ ਹੋਰ ਆ ਕੁਛ, ਤੇ ਜਿਹੜਾ C D ਹੈਗਾ ਆਹ C D ਮੰਨ ਲਓ ਇੱਥੇ ਕਰੰਟ ਕੁਛ ਹੋਰ ਆ। ਇਹਦਾ ਮਤਲਬ ਪੈਰਲਲ ਦੇ ਵਿੱਚ ਕੀ ਆ, ਪੈਰਲਲ ਦੇ ਵਿੱਚ ਕਰੰਟ ਆ ਜਿਹੜਾ ਸਾਡਾ ਉਹ ਵੰਡਿਆ ਜਾਂਦਾ ਗਾ, ਤੇ ਜਿਹੜੀ ਵੋਲਟੇਜ ਹੈਗੀ ਉਹ ਸੇਮ ਰਹਿੰਦੀ ਹੈਗੀ। ਕਲੀਅਰ ਹੋ ਗਈ ਗੱਲ। ਹੁਣ ਆਪਾਂ ਸਰਕਟ ਵਾਲਾ ਦੇਖੀਏ। ਹੁਣ ਸਾਨੂੰ ਪਤਾ ਲੱਗ ਗਿਆ ਨਾ ਪੈਰਲਲ ਕੀ ਹੁੰਦਾ, ਪੈਰਲਲ ਕੰਬੀਨੇਸ਼ਨ ਕਿਹਨੂੰ ਕਹਿੰਦੇ ਹੈਗੇ ਆਪਾਂ, ਸੀਰੀਜ਼ ਕਿਹਨੂੰ ਕਹਿੰਦੇ ਆ। ਤਾਂ ਹੋ ਸਕਦਾ ਕਿਸੇ ਸਰਕਟ ਦੇ ਵਿੱਚ ਇਹ ਦੋਨੇ ਇਕੱਠੇ ਹੋ ਕੇ ਆ ਜਾਣ, ਹੋ ਸਕਦਾ ਕਿ ਸਰਕਟ ਕੋਈ ਸਰਕਟ ਇੱਦਾਂ ਬਣਿਆ ਹੋਇਆ ਗਾ ਵੀ ਇੱਦਾਂ ਕਰਕੇ। ਤਾਂ ਸਾਨੂੰ ਦੇਖਣਾ ਪਏਗਾ ਸੀਰੀਜ਼, ਜਿਵੇਂ ਆਹ ਦੋ ਸੀਰੀਜ਼ ਇਹਨਾਂ ਨੂੰ ਅਸੀਂ ਪਹਿਲਾਂ ਜੋੜ ਦਿਆ ਕਰਾਂਗੇ, ਆਹ ਦੋ ਪੈਰਲਲ ਨੂੰ ਆਪਾਂ ਪੈਰਲਲ ਦੇ ਵਿੱਚ ਸੋਲਵ ਕਰ ਲਿਆ ਕਰਾਂਗੇ, ਆਨਸਰ ਜਿਹੜਾ ਬਾਅਦ 'ਚ ਦੋ ਹੀ ਰਹਿ ਗਏ ਇਹ ਸੀਰੀਜ਼ ਰਹਿ ਗਈ, ਆਨਸਰ ਕੱਢ ਲਿਆ ਕਰਾਂਗੇ। ਕਿਵੇਂ ਆ ਦੇਖੋ ਸੋਲਵ ਕਰਕੇ ਦਿਖਾਉਣੇ ਤੁਹਾਨੂੰ ਉਹੀ ਪਹਿਲਾ ਕੁਐਸਚਨ। ਉੱਥੇ ਹੀ ਪਹੁੰਚਦੇ ਜਿੱਥੋਂ ਆਪਾਂ ਜਿੱਦਾਂ ਲੈਕਚਰ ਸਟਾਰਟ ਕੀਤਾ ਸੀਗਾ ਨਾ, ਉੱਥੇ ਹੀ ਪਹੁੰਚਦੇ ਆਂਗੇ ਆਪਾਂ। ਤਾਂ ਸਰਕਟ ਜਿਹੜਾ ਸੀਗਾ ਦੇਖਣ ਨੂੰ ਉਹ ਗੁਲਝਣਦਾਰ ਲੱਗਦਾ ਸੀਗਾ ਨਾ। ਹੁਣ ਇਹਨੂੰ ਤੁਸੀਂ ਉਹਨਾਂ ਕੇ ਦੇਖਣਾ ਗਾ ਜਿੰਨਾ ਕਿ ਤੁਹਾਨੂੰ ਪੜ੍ਹਾਇਆ ਹੈਗਾ। ਤੁਸੀਂ ਇਹ ਦੇਖੋ ਵੀ ਜਿਹੜਾ ਆਹ 6 ਓਮ ਦੀ ਰੈਜ਼ਿਸਟੈਂਸ ਹੈਗੀ, ਜਿਹੜੀ ਆਹ 6 ਓਮ ਦੀ ਰੈਜ਼ਿਸਟੈਂਸ ਆਹ ਵਾਲੀ, ਤੇ ਕਿਹੜੀ ਆ 3 ਓਮ ਦੀ ਰੈਜ਼ਿਸਟੈਂਸ ਆ, ਇਹਦੇ ਜਿਹੜੇ ਦੋਨੇ ਸਿਰੇ ਨੇ ਦੇਖੋ ਬੱਚੇ, ਆਹ ਦੇਖੋ ਆਪਸ ਦੇ ਵਿੱਚ ਜੁੜੇ ਨੇ ਨਾ, ਆਹ ਆਪਸ ਦੇ ਵਿੱਚ, ਤੇ ਜੁੜਨ ਤੋਂ ਬਾਅਦ ਉਹ ਅੱਗੇ ਜੁੜੇ ਨੇ ਕਿਤੇ। ਮੇਨ ਅਸੀਂ ਦੇਖਣਾ ਵੀ ਆਪਸ 'ਚ ਜੁੜੇ ਹੋਣ। ਦੇਖੋ ਇੱਧਰਲਾ ਪਾਸਾ ਵੀ ਆਪਸ 'ਚ ਜੁੜਿਆ ਹੈਗਾ। ਤਾਂ ਸਭ ਤੋਂ ਪਹਿਲਾਂ ਸਾਨੂੰ ਇਹ ਪਤਾ ਲੱਗਿਆ ਕਿ 6 ਤੇ 3 ਇਹ ਆਪਸ ਦੇ ਵਿੱਚ ਪੈਰਲਲ ਨੇ। ਤਾਂ ਸਭ ਤੋਂ ਪਹਿਲਾਂ ਇਹਨਾਂ ਨੂੰ ਆਪਾਂ ਪੈਰਲਲ ਦੇ ਵਿੱਚ ਸੋਲਵ ਕਰਾਂਗੇ ਕਿ ਪੈਰਲਲ ਦੇ ਵਿੱਚ ਰੈਜ਼ਿਸਟੈਂਸ ਸਾਡੀ ਕਿਵੇਂ ਨਿਕਲਦੀ ਹੁੰਦੀ ਹੈਗੀ, R1 ਗੁਣਾ R2। ਜੇ ਦੋ ਰੈਜ਼ਿਸਟੈਂਸਾਂ ਨੇਗੀਆਂ R1 ਪਲੱਸ R2। ਜੇ ਦੋ ਤੋਂ ਵੱਧ ਆ ਜਾਣ ਤੁਸੀਂ ਨਹੀਂ ਸੋਲਵ ਕਰਨੀ ਆ, ਉਹ ਬਾਅਦ 'ਚੋਂ ਆਪਾਂ ਦੇਖਾਂਗੇ, ਉਹਦੇ ਬਾਰੇ ਨਾ ਕਨਫਿਊਜ਼ ਹੋਵੋ, ਸਿਰਫ ਦੋ ਬਾਰੇ ਸੁਣੋ ਕਿ 6 ਤੇ ਉੱਪਰਲੇ ਪਾਸੇ 6 ਗੁਣਾ 3 6 ਪਲੱਸ 3 ਕਿੰਨਾ ਬਣ ਗਿਆ, 6 18/9 ਕਿੰਨਾ ਆ ਗਿਆ, 2 ਓਮ ਦੀ ਰੈਜ਼ਿਸਟੈਂਸ ਆ ਗਈ। ਹੁਣ ਬੱਚਿਓ ਅਸੀਂ ਇੱਥੇ ਇਹਨਾਂ ਦੋਨਾਂ ਦੀ ਥਾਂ ਤੇ, ਇਹਨਾਂ ਦੋਨਾਂ ਦੀ ਥਾਂ ਤੇ ਕੀ ਲਿਖ ਸਕਦੇ ਹਾਂਗੇ, ਇੱਥੇ ਕੀ ਬਣਾ ਸਕਦੇ ਹਾਂ ਪਤਾ, ਇਹਨਾਂ ਦੀ ਥਾਂ ਤੇ ਆਪਾਂ ਇੱਥੇ ਬਣਾ ਸਕਦੇ ਹਾਂਗੇ, ਆਹ ਤਾਂ ਹੈਗੀ ਸੀ ਪਹਿਲਾਂ ਹੀ ਸੀਗਾ, ਇੱਥੇ ਥਾਂ ਤੇ ਅਸੀਂ ਕੀ ਬਣਾ ਸਕਦੇ ਹਾਂ, 2 ਓਮ ਬਣਾ ਸਕਦੇ ਹਾਂ ਬੱਚਿਓ, ਇੱਥੇ 2 ਓਮ ਬਣਾ ਸਕਦੇ ਹਾਂ। ਹੁਣ ਤੁਸੀਂ ਦੇਖ ਸਕਦੇ ਹੋ ਵੀ ਸਰਕਟ ਤੁਹਾਡਾ ਕਿਹੋ ਜਿਹਾ ਬਣ ਗਿਆ ਜਦੋਂ ਆਪਾਂ ਸਿਰਫ ਇੱਕ ਗੁਲਝਣ ਸੋਲਵ ਕੀਤੀ। ਕਈ ਵਾਰੀ ਸਾਡੇ ਕੋਲ ਡੋਰ ਹੁੰਦੀ ਹੈਗੀ ਬਹੁਤ ਵੱਡੀ ਜਿਹਦੇ ਵਿੱਚ ਗੁਲਝਣਾਂ ਪਈਆਂ ਹੁੰਦੀਆਂ ਨੇ, ਉਹਦੇ ਵਿੱਚ ਕਈ ਵਾਰੀ ਕੀ ਹੁੰਦਾ ਇੱਕ ਗੱਠ ਜੀ ਆਪਾਂ ਖੋਲ੍ਹ ਦਈਏ ਉਹ ਬਾਕੀ ਗੁਲਝਣਾਂ ਸਾਰੀਆਂ ਆਪੇ ਖੁੱਲ੍ਹ ਜਾਂਦੀਆਂ ਨੇ। ਹੁਣ ਦੇਖੋ ਤੁਹਾਡੀ ਅੱਖਾਂ ਨੂੰ ਦਿਖ ਰਹੀਆਂ ਨੇ ਗੁਲਝਣਾਂ ਵੀ ਖੁੱਲ੍ਹ ਚੁੱਕੀਆਂ ਨੇਗੀਆਂ ਸਾਡੀਆਂ ਇਹਦੀਆਂ। ਹੁਣ ਦੇਖੋ ਆ ਇੱਕ ਜਿੱਥੇ ਆਹ ਖਤਮ ਹੋਇਆ ਉੱਥੇ ਦੂਜਾ ਲੱਗਿਆ, ਜਿੱਥੇ ਦੂਜਾ ਖਤਮ ਹੋਇਆ ਉੱਥੇ ਤੀਜਾ ਲੱਗਿਆ ਹੋਇਆ। ਇਹਦਾ ਮਤਲਬ ਇਹ ਸਰਕਟ ਕਾਹਦੇ ਵਿੱਚ ਆ, ਲੜੀ ਦੇ ਵਿੱਚ ਹੈਗਾ। ਜੇ ਸਰਕਟ ਲੜੀ ਦੇ ਵਿੱਚ ਹੈ ਇਹਦਾ ਮਤਲਬ ਕੀ ਹੈਗਾ, ਇਹਦੇ ਵਿੱਚ ਰੈਜ਼ਿਸਟੈਂਸ ਕੁੱਲ ਕਿਵੇਂ ਕੱਢੀ ਜਾਏਗੀ, R1 ਪਲੱਸ R2 ਪਲੱਸ R3 ਇੱਦਾਂ ਕਰਕੇ ਕੱਢੀ ਜਾਏਗੀ। ਮਤਲਬ 3 ਪਲੱਸ 2 ਪਲੱਸ 5 ਕਿੰਨਾ ਆ ਗਿਆ ਜੀ, ਇਹ 10 ਓਹਮ ਆ ਗਿਆ। ਇਹਦਾ ਮਤਲਬ ਇਹ ਸਾਰੇ ਸਰਕਟ ਦੇ ਵਿੱਚ, ਇਹ ਸਾਰਾ ਸਰਕਟ ਆ ਜਿਹੜਾ, ਇਹ ਸਾਰੇ ਸਰਕਟ ਨੂੰ ਖਤਮ ਕਰਕੇ ਇਹਨਾਂ ਦੀ ਥਾਂ ਤੇ ਆਪਾਂ ਕੀ ਲਗਾ ਸਕਦੇ ਹਾਂਗੇ ਜੀ, ਇੱਕ ਰੈਜ਼ਿਸਟੈਂਸ ਲਗਾ ਸਕਦੇ। ਕਿੰਨੇ ਓਹਮ ਦੀ, 10 ਓਹਮ ਦੀ। ਤੇਰਾ ਸਰਕਟ ਦੇ ਵਿੱਚ ਕਰੰਟ ਕਿੰਨਾ ਆ ਗਿਆ, ਹੁਣ ਕਰੰਟ ਜਿਹੜਾ ਹੁੰਦਾ ਗਾ ਉਹ ਕੀ ਹੁੰਦਾ ਗਾ, ਵੋਲਟੇਜ ਡਿਵਾਈਡ ਬਾਏ ਰੈਜ਼ਿਸਟੈਂਸ। ਵੋਲਟੇਜ ਕਿੰਨੀ ਆ 20 ਤੇ ਕਰੰਟ ਕਿੰਨਾ ਗਾ 10। ਕੱਟ ਕੇ ਦੇਖ ਲਓ ਜੀ, 2 ਐਂਪੀਅਰ ਕਰੰਟ ਆ ਗਿਆ ਸਾਡਾ। ਕਲੀਅਰ ਹੋ ਗਈ ਜੀ ਗੱਲ। ਇਹ ਤਾਂ ਸੌਖਾ ਹੀ ਸੀਗਾ ਨਾ, ਤੇ ਕੋਈ ਔਖਾ ਨਹੀਂ ਹੈਗਾ। ਹੁਣ ਆਪਾਂ ਕੱਲ੍ਹ ਵਾਲੇ ਕੁਐਸਚਨਾਂ ਵੱਲ ਚੱਲੀਏ ਜਿਹੜੇ ਤੁਹਾਨੂੰ ਉਸ ਦਿਨ ਦਿਖਾਏ ਸੀਗੇ ਜਿੱਥੋਂ ਆਪਾਂ ਸਟਾਰਟ ਕੀਤਾ ਸੀਗਾ ਸਾਰਾ। ਇਹ ਆ ਲਓ, ਮੰਨ ਲਓ ਆਹ ਸੀਗਾ, ਦੇਖੋ ਆਹ ਕੁਐਸਚਨ ਦੇਖੋ। ਹੁਣ ਤੁਸੀਂ ਆਪ ਹੀ ਕਰਨੇ ਆ ਕੁਐਸਚਨ, ਮੈਂ ਕੁਛ ਨਹੀਂ ਕਰਾਂਗਾ। ਉਹਨੇ ਕਿਹਾ ਸੀਗਾ ਚਿੱਤਰ 2 ਵਿੱਚ ਪ੍ਰਤੀਰੋਧ R1 ਦੇ ਸਿਰਿਆਂ ਤੇ ਲੱਗੇ ਵੋਲਟ ਮੀਟਰ ਦੀ ਰੀਡਿੰਗ, ਜਿਹੜਾ ਆਹ R1 ਰੈਜ਼ਿਸਟੈਂਸ ਆ ਇੱਥੇ ਵੋਲਟੇਜ ਦੱਸਣੀ ਆ। ਤਾਂ ਬੱਚਿਓ ਵੋਲਟੇਜ ਕੀ ਹੁੰਦੀ ਹੈਗੀ, ਕੀ ਹੁੰਦੀ ਹੈ ਵੋਲਟੇਜ, ਵੋਲਟੇਜ ਤੁਸੀਂ ਦੱਸੋ ਕੀ ਹੁੰਦੀ ਹੈ ਮੈਨੂੰ, ਕਿ ਵੋਲਟੇਜ ਸਾਨੂੰ ਕਿਵੇਂ ਪਤਾ ਲੱਗਦੀ ਹੈਗੀ, ਵੋਲਟੇਜ ਸਾਨੂੰ ਪਤਾ ਲੱਗਦੀ ਹੈ V = I ਗੁਣਾ R। ਇਹਦਾ ਮਤਲਬ ਰੈਜ਼ਿਸਟੈਂਸ ਤਾਂ ਸਾਨੂੰ ਪਤਾ ਵੀ ਇੱਥੇ 10 ਆ, ਬਟ ਸਾਨੂੰ ਕਰੰਟ ਨਹੀਂ ਪਤਾ ਹੈਗਾ ਇੱਥੇ ਕਿੰਨਾ ਜਾ ਰਿਹਾ। ਕਰੰਟ ਕਿਵੇਂ ਨਿਕਲੂਗਾ, ਪਹਿਲਾਂ ਇਹਨੂੰ ਅਸੀਂ ਸੋਲਵ ਕਰਨਾ ਪਊਗਾ ਵੀ ਟੋਟਲ ਸਾਨੂੰ ਰੈਜ਼ਿਸਟੈਂਸ ਕੱਢਣੀ ਪਊ ਨਾ ਪਹਿਲਾਂ, ਕਿਉਂਕਿ ਕਿਸੇ ਵੀ ਸਰਕਟ ਦੇ ਅੰਦਰ ਕਰੰਟ ਕਿੰਨਾ ਫਲੋ ਹੋ ਰਿਹਾ ਉਹ ਡਿਪੈਂਡ ਕਰਦਾ ਹੁੰਦਾ ਵੀ ਉਸ ਸਰਕਟ ਦੀ ਟੋਟਲ ਰੈਜ਼ਿਸਟੈਂਸ ਹੈ ਕਿੰਨੀ ਆ। ਤਾਂ ਕਿੰਨੀ ਆ ਬੱਚੋ ਦੇਖ ਲਓ, 10 ਤੇ 2 ਆਪਸ ਦੇ ਵਿੱਚ, ਜਿੱਥੇ ਇੱਕ ਲੱਗਿਆ ਹੋਇਆ, ਜਿੱਥੇ ਇੱਕ ਖਤਮ ਹੋ ਰਿਹਾ ਉੱਥੇ ਦੂਜਾ ਸ਼ੁਰੂ ਹੋ ਰਿਹਾ ਕਿ ਨਹੀਂ ਹੋ ਰਿਹਾ, ਬੋਲੋ ਹੋ ਰਿਹਾ ਕਿ ਨਹੀਂ ਹੋ ਰਿਹਾ। ਜੇ ਹੋ ਰਿਹਾ ਤਾਂ ਮਤਲਬ ਇਸ ਸਰਕਟ ਨੂੰ ਅਸੀਂ ਕਿਹੜਾ ਸਰਕਟ ਕਹਿ ਸਕਦੇ ਹਾਂ, ਸੀਰੀਜ਼ ਸਰਕਟ। ਤਾਂ ਸੀਰੀਜ਼ ਸਰਕਟ ਦੇ ਵਿੱਚ 10 ਪਲੱਸ 2 ਟੋਟਲ ਰੈਜ਼ਿਸਟੈਂਸ ਕਿੰਨੀ ਬਣ ਗਈ, ਟੋਟਲ ਰੈਜ਼ਿਸਟੈਂਸ 12 ਓਹਮ ਬਣ ਗਈ। ਤਾਂ ਆਪਾਂ ਕੱਢਣਾ ਕਰੰਟ। ਕਰੰਟ ਦਾ ਫਾਰਮੂਲਾ ਕੀ ਹੁੰਦਾ ਬੱਚੋ, ਕਰੰਟ ਦਾ ਫਾਰਮੂਲਾ ਹੁੰਦਾ ਹੈਗਾ ਵੋਲਟੇਜ ਡਿਵਾਈਡ ਬਾਏ ਰੈਜ਼ਿਸਟੈਂਸ। ਤਾਂ ਵੋਲਟੇਜ ਇੱਥੇ ਕਿੰਨੀ ਆ, ਪੂਰੇ ਸਰਕਟ ਦੀ ਵੋਲਟੇਜ ਕਿੰਨੀ ਹੈਗੀ 9, ਠੀਕ ਹੈ ਜੀ। ਪੂਰੇ ਸਰਕਟ ਦੀ ਜਿਹੜੀ ਵੋਲਟੇਜ ਆ ਉਹ 9 ਆ, ਤੇ ਪੂਰੇ ਸਰਕਟ ਦੀ ਵੋਲਟੇਜ ਕਿੰਨੀ ਆ 12। ਕਿੰਨੇ ਤੇ ਕੱਟਿਆ ਜਾਊ, ਇਹ ਆ 3 ਤੇ ਗਿਆ 3 ਤੀਏ 9, ਇਹ ਗਿਆ 4 ਤੇ। ਤਾਂ ਟੋਟਲ ਸਰਕਟ ਦੇ ਵਿੱਚ ਜਿਹੜਾ ਕਰੰਟ ਆ ਉਹ 3/4, ਇਹਨੂੰ ਬਟਿਆਂ 'ਚ ਰੱਖ ਲਓ, ਇੱਥੇ ਕਿੰਨਾ ਗਾ 3/4। ਹੁਣ ਉਹਨੇ ਪੁੱਛਿਆ ਕਿੱਥੇ, ਉਹਨੇ ਸਾਨੂੰ 10 ਦੇ ਕ੍ਰਾਸ ਪੁੱਛਿਆ ਹੈਗਾ।
ਤੇ 10 ਦੇ ਕ੍ਰਾਸ ਪੁੱਛਿਆ ਤਾਂ ਮਤਲਬ ਸਿਰਫ ਇਸ ਸਰਕਟ ਦਾ ਜਿਹੜਾ ਇਹੀ ਸਰਕਟ ਇਹਦਾ ਕਰੰਟ ਤੇ ਇਹਦੀ ਰੈਜ਼ਿਸਟੈਂਸ। ਤਾਂ ਕਿਉਂਕਿ ਇਹਨੇ ਵੋਲਟੇਜ ਪੁੱਛਿਆ, ਵੋਲਟੇਜ ਦਾ ਫਾਰਮੂਲਾ ਕੀ ਹੁੰਦਾ I ਗੁਣਾ R। I ਕਿੰਨਾ ਸਾਡਾ 3/4, ਰੈਜ਼ਿਸਟੈਂਸ ਸਾਡੀ ਕਿੰਨੀ ਹੈਗੀ 10। ਤਾਂ ਜੇ ਤੁਸੀਂ ਇਹਨੂੰ ਆਹ 2 ਆ ਗਿਆ ਬੱਚੇ, ਉਹ ਆਹ 5 ਆ ਗਿਆ, 5 ਤੀਏ 15, ਠੀਕ ਹੈ ਜੀ, 15/2 ਮਤਲਬ ਕਿੰਨਾ ਆ ਗਿਆ 7.5 ਵੋਲਟ ਆ ਗਿਆ। ਇਹਦਾ ਮਤਲਬ ਜਿਹੜਾ ਸਾਡਾ ਆਹ ਵੋਲਟ ਮੀਟਰ ਹੈਗਾ ਇਹ ਕਿੰਨੀ ਰੀਡਿੰਗ ਪੜ੍ਹ ਰਿਹਾ, ਇਹ 7.5 ਵੋਲਟ ਪੜ੍ਹ ਰਿਹਾ। ਮੰਨ ਲਓ ਸਰਕਟ ਨੂੰ ਆਪਾਂ ਕ੍ਰਾਸ ਚੈੱਕ ਕਰਨਾ ਗਾ, 7.5 9 ਦੇ ਵਿੱਚੋਂ 7.5 ਘਟਾਏ, 9 ਦੇ ਵਿੱਚੋਂ 7.5, ਬਾਕੀ ਵੋਲਟੇਜ ਸਾਡੀ ਇੱਥੇ ਆਉਣੀ ਚਾਹੀਦੀ ਹੈਗੀ। 9 'ਚੋਂ 7.5 ਘਟਾਵਾਂਗੇ ਕਿੰਨਾ ਆਊਗਾ, 9 ਦੇ ਵਿੱਚੋਂ 7.5 ਘਟਾਵਾਂਗੇ ਸਾਡਾ 1.5 ਆਊਗਾ। ਦੇਖ ਲੈਣੇ ਵੀ ਇੱਥੇ 1.5 ਵੋਲਟ ਆਉਂਦਾ। ਕਰੰਟ ਤਾਂ ਉਹੀ ਆ ਬੱਚੋ 3/4, ਕਰੰਟ ਤਾਂ ਇੱਥੇ ਉਹੀ ਹੈ 3/4। ਤਾਂ 3/4 ਨੂੰ ਜਦੋਂ ਗੁਣਾ ਕਰਾਂਗੇ ਇਸ ਰੈਜ਼ਿਸਟੈਂਸ ਦੇ ਨਾਲ 2 ਦੇ ਨਾਲ ਤਾਂ ਕੱਟਿਆ ਜਾਊਗਾ ਨਾ, ਹੇਠਾਂ 2 ਆ ਜਾਊ, 3/2। 3/2 ਕਿੰਨਾ ਹੁੰਦਾ ਹੈਗਾ 3 ਦਾ ਅੱਧਾ ਹਿੱਸਾ, 3 ਦਾ ਅੱਧਾ ਕਿੰਨਾ ਹੁੰਦਾ ਬੱਚੇ 1.5 ਵੋਲਟ ਇੱਥੇ ਆ। ਦੇਖੋ 7.5 ਤੇ 1.5 ਸਾਡੇ ਕੋਲ ਕੀ ਹੋ ਗਿਆ 9 ਬਣ ਗਈ। ਕੁਐਸਚਨ ਸੋਲਵ ਹੋ ਗਿਆ ਸੀ। ਕੁਛ ਇਸ 'ਚ ਔਖਾ ਨਹੀਂ ਸੀਗਾ। ਅਗਲਾ ਦੇਖੋ, ਦੇਖ ਕੀ ਪਤਾ ਲੱਗ ਰਿਹਾ ਸਰਕਟ ਸੀਰੀਜ਼ 'ਚ ਕਿ ਪੈਰਲਲ 'ਚ ਆ। ਜਿਹੜੇ ਆ ਇਹਦੇ ਆਹ ਸਿਰੇ ਨੇ, ਸਾਰੇ ਸਿਰੇ ਨੇ 3 ਰੈਜ਼ਿਸਟੈਂਸਾਂ ਦੇ ਆਪਸ ਜੁੜੇ ਨੇ, ਇਹਨਾਂ ਦੇ ਆਪਸ ਜੁੜੇ ਨੇਗੇ। ਤਾਂ ਹਰੇਕ ਪ੍ਰਤੀਰੋਧ ਵਿੱਚ ਕਰੰਟ ਤੇ ਕੁੱਲ ਧਾਰਾ ਦਾ ਮਾਨ ਦੱਸੋ ਕਿੰਨਾ ਹੋਊਗਾ। ਹਰੇਕ ਸਰਕਟ ਦੇ ਵਿੱਚ ਕਹਿੰਦਾ ਦੱਸੋ ਕਿੰਨੀ ਹੋਊਗੀ ਵੋਲਟੇਜ ਤੇ ਕਰੰਟ ਕਿੰਨਾ ਹੋਏਗਾ। ਦੇਖੋ ਬੱਚੇ ਹਰੇਕ ਸਰਕਟ ਦੇ ਅੰਦਰ ਜਿਹੜੀ ਆਹ ਵੋਲਟੇਜ ਆ ਗਈ ਉਹ ਜਿਹੜੀ ਇੱਥੇ ਜੁੜੀ ਹੋਈ ਆ ਉਹ 6 ਵੋਲਟ ਆ। ਇਹਦਾ ਮਤਲਬ ਜਦੋਂ ਆਪਾਂ ਇੱਥੇ ਕਰੰਟ ਕੱਢਣਾ I1, ਇਹਨੂੰ ਮੰਨ ਲਓ I2 ਤੇ ਇਹਨੂੰ ਮੰਨ ਲਓ I3। I1 ਜਦੋਂ ਕਰੰਟ ਅਸੀਂ ਕੱਢਾਂਗੇ, I1 ਕਰੰਟ ਕੱਢਣ ਵਾਸਤੇ I1 ਰੈਜ਼ਿਸਟੈਂਸ ਦੇ ਅਕਰੋਸ ਇੱਥੇ ਵੋਲਟੇਜ ਕਿੰਨੀ ਹੈਗੀ, ਇੱਥੇ ਸਿਰੇ ਜੁੜੇ ਹੋਏ ਨੇਗੇ 6 ਤੇ ਕਰੰਟ ਕਿੰਨਾ ਬੱਚਿਓ ਇੱਥੇ ਰੈਜ਼ਿਸਟੈਂਸ ਕਿੰਨੀ ਹੈਗੀ ਇਹਦੀ, ਕਿਉਂਕਿ I ਜਿਹੜਾ ਹੁੰਦਾ ਹੈਗਾ ਉਹ ਹੁੰਦਾ ਵੋਲਟੇਜ। ਲਓ ਮੈਂ ਇੱਥੇ ਫਾਰਮੂਲਾ ਲਿਖ ਦਿੰਦਾ, ਉਹਦਾ ਵੋਲਟੇਜ ਡਿਵਾਈਡ ਬਾਏ ਰੈਜ਼ਿਸਟੈਂਸ। ਵੋਲਟੇਜ ਕਿੰਨੀ ਹੈਗੀ ਬੱਚਿਓ 6 ਤੇ ਰੈਜ਼ਿਸਟੈਂਸ ਕਿੰਨੀ ਆ 10। ਤਾਂ ਜਦੋਂ ਕਦੇ ਪੁਆਇੰਟ ਇੱਥੇ 1 0 ਹੋਵੇ ਤਾਂ ਆਪਾਂ ਨੂੰ 0.6 ਐਂਪੀਅਰ ਕਹਿੰਦੇ ਹੁੰਦੇ ਆ ਨਾ ਆਪਾਂ। ਜੇ ਮੈਥ ਬਾਰੇ ਨਹੀਂ ਪਤਾ, ਮੈਂ ਇੱਕ ਵੀਡੀਓ ਅਗਲੀ ਬਣਾਉਣ ਲੱਗਿਆਗਾ, ਉਹਦੇ ਵਿੱਚ ਇਕੱਲੇ ਮੈਂ ਮੈਥ ਦੀਆਂ ਚੀਜ਼ਾਂ ਹੀ ਪੁੱਛੂੰਗਾ। ਜੇ ਤੁਹਾਨੂੰ ਨਹੀਂ ਇਹਦੇ ਬਾਰੇ ਪਤਾ ਤਾਂ ਕਿਸੇ 8ਵੀਂ ਦੇ ਜਵਾਕ ਨੂੰ ਫੜ ਲਓ, 5ਵੀਂ ਦੇ ਜਵਾਕ ਨੂੰ ਤੁਹਾਨੂੰ ਦੱਸ ਦੂਗਾ ਵੀ 6/10 ਨੂੰ ਆਪਾਂ 0.6 ਕਿਉਂ ਲਿਖਦੇ ਹੁੰਦੇ ਹਾਂ। ਇਹਦਾ ਮਤਲਬ ਪਹਿਲੇ ਦੇ ਵਿੱਚ ਜਿਹੜਾ ਕਰੰਟ ਜਾ ਰਿਹਾ ਹੈਗਾ ਉਹ ਕਿੰਨਾ ਜਾ ਰਿਹਾ ਬੱਚੋ ਇੱਥੇ, ਉਹ 0.6 ਐਂਪੀਅਰ ਜਾ ਰਿਹਾ। ਹੁਣ ਇਹਦਾ ਕੱਢਣਾ ਗਾ, ਹੁਣ 6 ਡਿਵਾਈਡ ਬਾਏ 20 ਕਰਨਾ ਪਊਗਾ I2 ਕੱਢਣ ਵਾਸਤੇ, ਕਿਉਂਕਿ ਇੱਥੇ ਵੀ ਤਾਂ ਵੋਲਟੇਜ ਇਹ ਪੈਰਲ ਦੇ ਵਿੱਚ ਤਿੰਨਾਂ ਤੇ ਪੈਰਲ ਦੇ ਵਿੱਚ ਵੋਲਟੇਜ ਸੇਮ ਹੁੰਦੀ ਹੈਗੀ। ਤਾਂ 6 ਨੂੰ 20 ਨਾਲ ਪਹਿਲਾਂ ਇਹਦਾ ਆਊਗਾ ਅੱਧ, ਇਹਨੂੰ 2 ਤੇ ਜਾਊਗਾ 3/10 ਆ ਗਿਆ। ਜਦੋਂ ਥੱਲੇ 1 0 ਆਏ 0.3 ਐਂਪੀਅਰ ਕਰੰਟ ਆ ਗਿਆ। ਮਤਲਬ ਇੱਥੇ ਜਿਹੜਾ ਕਰੰਟ ਜਾ ਰਿਹਾ ਉਹ ਕਿੰਨਾ 0.3 ਐਂਪੀਅਰ। ਹੁਣ ਬੱਚੇ ਆ ਗਿਆ ਤੀਜਾ ਇੱਥੇ I3 ਕਰੰਟ। I3 ਵੋਲਟੇਜ ਕਿੰਨੀ I3 ਦੀ, ਉਹੀ ਵੋਲਟੇਜ ਤਾਂ ਸੇਮ ਹੀ ਹੈ ਨਾ 6, ਰੈਜ਼ਿਸਟੈਂਸ ਕਿੰਨਾ 30। ਤਾਂ ਇਹ ਸਾਡਾ ਕਿੰਨਾ ਆ ਗਿਆ ਬੱਚੇ, ਉਹਨੂੰ ਕੱਟ ਕਟਾ ਕੇ ਜੇ 6 5 30 ਤਾਂ ਇਹ ਆ ਗਿਆ 1/5। 1/5 ਨੂੰ ਸੋਲਵ ਕਰਕੇ ਦੇਖੀਏ ਕਿੰਨਾ ਬਣਦਾ ਹੁੰਦਾ ਗਾ, 0.20 ਆਊਗਾ। ਜਿਹੜੀ ਹੇਠਾਂ ਹੁੰਦੀ ਆ ਬਟਿਆਂ ਦੇ ਵਿੱਚ ਉਹਨੂੰ ਅਸੀਂ ਬਾਹਰ ਰੱਖ ਲੈਂਦੇ ਹੁੰਦੇ ਹਾਂ, ਅੰਦਰ 1। ਹੁਣ 5 ਨੂੰ ਆਪਾਂ ਕਿੰਨੇ ਨਾਲ ਗੁਣਾ ਕਰੀਏ ਵੀ ਆਹ 1 ਆ ਜਾਵੇ, ਨਹੀਂ ਤਾਂ ਸਭ ਤੋਂ ਪਹਿਲਾਂ ਪੁਆਇੰਟ ਲਾਉਣਾ ਪਊਗਾ ਤੇ ਇੱਥੇ 0 ਲੱਗ ਜਾਂਦੀ ਹੁੰਦੀ ਹੈ। ਭਾਗ ਕਰਨੀ ਕਿਸੇ ਤੋਂ ਮੇਰਾ ਵੀਰ ਸਿੱਖ ਲਿਓ, 5 ਨੂੰ 2 ਨਾਲ ਗੁਣਾ ਕਰਾਂਗੇ ਸਾਡੇ ਕੋਲ 10 ਆ ਜਾਊਗਾ। ਠੀਕ ਹੈ ਜੀ, ਤੇਰਾ ਮਤਲਬ 0.2 ਐਂਪੀਅਰ ਕਰੰਟ ਆ ਸਾਡਾ। ਤਾਂ ਇੱਥੇ ਜਿਹੜਾ ਸਾਡਾ ਕਰੰਟ ਜਾ ਰਿਹਾ ਕਿੰਨਾ ਜਾ ਰਿਹਾ 0.2 ਐਂਪੀਅਰ। ਹੁਣ ਟੋਟਲ ਕਰੰਟ ਕੱਢਣਾ ਗਾ ਇਹ ਬੱਚੇ, ਉਹ ਸਾਰਾ ਕਰੰਟ ਆ ਜਿਹੜਾ ਇਸ ਤੋਂ ਬਾਅਦ ਦੇਖਿਓ ਕੀ ਹੋਊਗਾ। ਕਰੰਟ ਨੂੰ ਟਰੇਸ ਕਰ ਦਿਆਂਗੇ ਆਪਾਂ, ਜਿਹੜਾ ਇਹ ਕਰੰਟ ਆ ਹੈ ਨਾ ਇਹ ਇੱਦਾਂ ਲੰਘੇਗਾ ਨਾ, ਇਹਦੇ ਅੰਦਰ ਦੀ ਲੰਘੇਗਾ ਹੈ ਨਾ ਇੱਥੋਂ ਦੀ, ਅਤੇ ਉਸ ਤੋਂ ਬਾਅਦ ਇੱਥੇ ਜਾਏਗਾ। ਜਿਹੜਾ ਦੂਜਾ ਕਰੰਟ ਆ ਸਾਡਾ ਨੂੰ ਇੱਕ ਹੋਰ ਕਲਰ ਦੇ ਨਾਲ ਸ਼ੋਅ ਕਰਦੇ ਹਾਂ, ਉਹ ਇੱਥੋਂ ਜਾਏਗਾ ਅਤੇ ਫਿਰ ਇੱਥੇ ਬਣ ਜਾਏਗਾ। ਇੱਕ ਤੀਜਾ ਕਰੰਟ ਨੂੰ ਆਪਾਂ ਤੀਜੇ ਕਲਰ ਦੇ ਨਾਲ ਸ਼ੋਅ ਕਰਦੇ ਹਾਂ, ਉਹ ਇੱਥੋਂ ਚੱਲੇਗਾ ਅਤੇ ਇੱਥੇ ਵਾਪਸ ਇੱਥੇ ਆ ਜਾਏਗਾ। ਤੁਸੀਂ ਇਹ ਦੇਖ ਰਹੇ ਹੋ ਵੀ ਤਿੰਨੇ ਕਰੰਟ ਆ ਜਿਹੜੇ ਉਹ ਇੱਥੇ ਜਾ ਕੇ ਇਕੱਠੇ ਹੋ ਗਏ ਇੱਥੇ ਆਹ ਥਾਂ ਦੇ ਉੱਪਰ। ਇਹਦਾ ਮਤਲਬ ਉਹਨੇ ਕੁੱਲ ਕਰੰਟ ਆ ਦੇਖੋ, ਉਹਨੇ ਕੁੱਲ ਕਰੰਟ ਪੁੱਛਿਆ ਸੀਗਾ ਨਾ, ਕੁੱਲ ਕਰੰਟ ਕਿਵੇਂ ਆਊ ਤਿੰਨਾਂ ਨੂੰ ਇਕੱਠੇ ਕਰਕੇ ਵੀ 0.6 ਨੂੰ ਜੋੜ ਲਓ 0.3 ਦੇ ਨਾਲ ਅਤੇ 0.2 ਦੇ ਨਾਲ, ਤਾਂ ਕਿੰਨਾ ਆ ਗਿਆ ਇਹ 1.1 ਆ ਜਾਊਗਾ ਇਹ। ਤਾਂ ਟੋਟਲ ਸਰਕਟ ਦੇ ਵਿੱਚ ਕਰੰਟ ਕਿੰਨਾ ਗਾ 1.1 ਐਂਪੀਅਰ ਕਰੰਟ ਹੈਗਾ। ਤੁਸੀਂ ਇੱਕ ਕੰਮ ਹੋਰ ਕਰ ਸਕਦੇ ਹੋਗੇ ਕਿ ਪੂਰੇ ਸਰਕਟ ਦੇ ਵਿੱਚ ਪਹਿਲਾਂ ਕਿਸੇ 2 ਰੈਜ਼ਿਸਟੈਂਸਾਂ ਨੂੰ ਇਕੱਠੀਆਂ ਕਰਕੇ ਬਣਾ ਸਕਦੇ ਹੋ ਵੀ ਕਿੰਨੀ ਆ, ਜਿਹੜੀਆਂ ਬਾਕੀ 2 ਰਹਿ ਗਈਆਂ ਫਿਰ ਉਹਨਾਂ ਦਾ ਕੁਛ ਨਾ ਕੁਛ ਕਰ ਲਿਓ ਵੀ ਆਹ ਪੈਰਲ ਦੇ ਵਿੱਚ ਸੋਲਵ ਕਰ ਲਿਓ। ਇੱਕ ਰੈਜ਼ਿਸਟੈਂਸ ਬਣ ਜੂਗੀ ਨਾ, ਇਹ ਜਿਹੜੀ ਵੋਲਟੇਜ ਆ ਗਈ ਹੇਠਾਂ ਵਾਲੀ ਜਿਹੜੀ 6 ਵੋਲਟ ਆ ਇਹਨੂੰ ਇਹ ਨਾਲ ਡਿਵਾਈਡ ਕਰ ਲਿਓ, 6 ਨੂੰ ਆਹ ਰੈਜ਼ਿਸਟੈਂਸ ਜਿਹੜੀ ਬਣੂਗੀ ਇਹਨਾਂ ਡਿਵਾਈਡ ਕਰ ਲਿਓ। ਦੇਖੋ ਫਿਰ ਵੀ ਕਰੰਟ ਤੁਹਾਡਾ 1.1 ਆਊਗਾ। ਇਹ ਕਰਕੇ ਦੱਸਣਾਗਾ, ਜੇ ਨਾ ਸੋਲਵ ਹੋਇਆ ਮੈਨੂੰ ਪੁੱਛਣਾਗਾ, ਮੈਂ ਅਗਲੇ ਵੀਡੀਓ 'ਚ ਤੁਹਾਨੂੰ ਦੱਸ ਦੂੰਗਾ। ਕਲੀਅਰ ਹੋ ਗਈ ਜੀ ਗੱਲ ਇਹ। ਚਲੋ ਬੱਚਿਓ ਅੱਗੇ ਚੱਲਦੇ ਹਾਂ। ਆ ਗਿਆ ਜੀ ਵਧੀਆ ਕੁਐਸਚਨ। ਸਰਕਟ ਵਿੱਚ ਆ ਜਿਹੜਾ ਚਿੱਤਰ ਆ ਗਿਆ ਇਹਦੇ ਵਿੱਚ ਦਿੱਤੇ ਗਏ ਸਵਿੱਚ ਨੂੰ ਔਨ ਕਰਨ 'ਤੇ ਅੰਪੇਅਰ ਮੀਟਰ ਕੀ ਸੰਕੇਤ ਦੇਵੇਗਾ। ਅੰਪੇਅਰ ਮੀਟਰ ਬੱਚਿਓ ਕੀ ਪੜ੍ਹਦਾ ਹੁੰਦਾ ਗਾ, ਇਹ ਪੜ੍ਹਦਾ ਹੁੰਦਾ ਗਾ ਕਰੰਟ। ਇਹ ਕਰੰਟ ਪੜ੍ਹਦਾ ਹੁੰਦਾ। ਪਹਿਲਾਂ ਇਹ ਓਪਨ ਆ, ਜਦੋਂ ਇਹ ਕਲੋਜ਼ ਹੋਏਗਾ
ਤਾਂ ਇੱਥੇ ਕਰੰਟ ਵਧੇਗਾ ਕਿ ਕਰੰਟ ਘਟੇਗਾ, ਇਹ ਪੁੱਛਣਾ ਚਾਹੁੰਦਾ ਇਹ। ਤੁਸੀਂ ਮੈਨੂੰ ਇੱਕ ਗੱਲ ਦੱਸੋ ਰਾਜੇ, ਇੱਕ ਗੱਲ ਦੱਸੋ, ਧਿਆਨ ਨਾਲ ਸੋਚੋ ਇਹਦੇ ਬਾਰੇ, ਕਿ ਮੰਨ ਲਓ ਆਹ ਸਰਕਟ ਇੱਥੇ ਹੈ ਨਹੀਂ ਗਾ, ਆਹ ਸਰਕਟ ਇੱਥੇ ਹੈ ਨਹੀਂ ਗਾ, ਇਹਨੂੰ ਭੁੱਲ ਜਾਓ ਇਹਨੂੰ, ਠੀਕ ਹੈ। ਹੁਣ ਕੀ ਆ ਗਿਆ, ਇੱਥੇ ਦੋ ਸਰਕਟ, ਦੋ ਰਜਿਸਟੈਂਸਾਂ ਨੇ, ਇੱਕ R1 ਅਤੇ ਇੱਕ R2, ਦੋ ਰਜਿਸਟੈਂਸਾਂ ਨੇ, ਦੋਨੇ ਕਿਵੇਂ ਨੇਗੀਆਂ, ਸੀਰੀਜ਼ 'ਚ ਨੇ ਨਾ, ਤਾਂ ਇੱਥੇ ਕੋਈ ਨਾ ਕੋਈ ਕਰੰਟ ਆਊਗਾ, ਕੋਈ ਮਰਜ਼ੀ ਮੰਨ ਲਓ ਉਹਨੂੰ, 5 ਐਂਪੀਅਰ ਮੰਨ ਲਓ, 10 ਐਂਪੀਅਰ, ਕਿੰਨਾ ਮਰਜ਼ੀ ਮੰਨ ਲਓ। ਜਦੋਂ ਆਪਾਂ ਇਹਨਾਂ ਰਜਿਸਟੈਂਸਾਂ ਦੇ ਪੈਰਲਲ ਦੇ ਵਿੱਚ ਕੁਛ ਇੱਥੇ ਹੋਰ ਲਗਾ ਦਾਂਗੇ ਇੱਕ ਰਜਿਸਟੈਂਸ, ਤਾਂ ਪੈਰਲਲ ਦੇ ਵਿੱਚ ਰਜਿਸਟੈਂਸ ਲਗਾਉਣ ਦੇ ਨਾਲ ਟੋਟਲ ਸਰਕਟ ਦੀ ਰਜਿਸਟੈਂਸ ਕੀ ਹੁੰਦੀ ਹੈ, ਤੈਨੂੰ ਦੱਸਿਆ ਸੀਗਾ, ਘਟਦੀ ਹੁੰਦੀ ਹੈ, ਅਤੇ ਘਟਣ ਦੇ ਨਾਲ ਕਰੰਟ ਕੀ ਹੋਏਗਾ, ਵਧੇਗਾ, ਤਾਂ ਕਰੰਟ ਵਧੇਗਾ, ਇਹ ਆਨਸਰ ਆਊਗਾ। ਪਰ ਚਲੋ ਇੰਨੇ ਕੁ ਨਾਲ ਤੁਸੀਂ ਹੁਣ ਕਹੋਗੇ ਵੀ ਸੰਤੁਸ਼ਟੀ ਤਾਂ ਹੈ ਨਹੀਂ ਗੀ ਸਾਨੂੰ, ਆਪਾਂ ਇੱਕ ਕੰਮ ਕਰਦੇ ਹਾਂ, ਆਪਾਂ ਆਪਦੇ ਵੱਲੋਂ ਨਾ ਇਹਦੀਆਂ ਵੈਲਿਊਜ਼ ਮੰਨ ਲੈਂਦੇ ਹਾਂ। ਜਦੋਂ ਇਹੋ ਜਿਹਾ ਕੁਐਸਚਨ ਆ ਜੇ, ਤੁਸੀਂ ਕੀ ਕਰਨਾ ਹੁੰਦਾ ਗਾ, ਤੁਸੀਂ ਆਪਦੇ ਵੱਲੋਂ ਮੰਨ ਲਿਆ ਕਰੋ ਵੀ ਮੰਨ ਲਓ ਆਹ ਰਜਿਸਟੈਂਸ ਹੈਗੀ ਜਿਹੜੀ, ਇਹ ਹੈਗੀ 2 ਓਹਮ ਦੀ, ਜਿਹੜੀ ਆਹ ਰਜਿਸਟੈਂਸ ਲੱਗੀ ਹੋਈ ਹੈਗੀ ਇਹ ਹੈਗੀ ਸਾਡੀ 6 ਓਹਮ ਦੀ, ਮੰਨ ਲਓ ਆਪਦੇ ਵੱਲੋਂ ਕੋਈ ਮਰਜ਼ੀ ਵੈਲਿਊ ਮੰਨ ਲਓ। ਅਤੇ ਇੱਥੇ ਜਿਹੜੀ ਸਾਡੇ ਕੋਲ ਰਜਿਸਟੈਂਸ ਲੱਗੀ ਹੋਈ ਹੈਗੀ ਇਹ ਹੈਗੀ ਸਾਡੀ, ਆਪਣੇ ਕੋਲ ਇੱਥੇ ਵੋਲਟੇਜ ਸੋਰਸ ਜਿਹੜਾ ਮੰਨਣਾ ਗਾ ਆਪਾਂ, ਆਹ 2 ਦੀ ਥਾਂ 'ਤੇ ਆਪਾਂ ਕੋਈ ਇਹੋ ਜਿਹਾ ਆਪਾਂ ਮੰਨਦੇ ਆਂਗੇ ਕਿ ਸਾਡਾ ਜਿਹੜਾ ਆਨਸਰ ਆ ਉਹ ਸੌਖਾ ਆ ਜਾਵੇ। ਇਹ 3 ਉਹ ਮੰਨ ਲੈਂਦੇ ਆਪਾਂ ਇਹਨੂੰ, ਇੱਥੇ ਲੱਗੀ ਹੋਈ ਆ 18 ਦੀ, ਠੀਕ ਹੈ ਜੀ, 90 ਕਹਿ ਲਈਏ, ਸ਼ਾਇਦ ਸਾਡਾ ਕੋਈ ਸੌਖਾ ਹੋ ਜਾਏ ਕੁਛ, 90 ਵੋਲਟ ਲੱਗਿਆ ਹੋਇਆ ਬੱਚਿਓ। ਇਸ ਸਰਕਟ ਦੇ ਵਿੱਚ ਜੇ ਮੈਂ ਤੁਹਾਨੂੰ ਕਰੰਟ ਪੁੱਛਾਂ ਦੱਸ ਦਵਾਂ ਕਿੰਨਾ ਆਊਗਾ। ਕਰੰਟ ਦਾ ਫਾਰਮੂਲਾ ਹੁੰਦਾ ਗਾ ਵੋਲਟੇਜ ਬਟੇ ਰਜਿਸਟੈਂਸ, 6 ਤੇ 3 9 ਹੁੰਦੇ ਆ ਨਾ, ਕਿੰਨਾ ਕਰੰਟ ਆ ਗਿਆ, 10 ਐਂਪੀਅਰ ਕਰੰਟ ਆ ਗਿਆ। ਤਾਂ ਇੱਥੇ 10 ਐਂਪੀਅਰ ਕਰੰਟ ਆ, ਜਦੋਂ ਕੋਈ ਸਰਕਟ ਇੱਥੇ ਹੈ ਨਹੀਂ ਗਾ। ਹੁਣ ਮੈਂ ਆਹ ਸਵਿਚ ਨੂੰ ਔਨ ਕਰਕੇ ਇੱਕ ਸਰਕਟ ਹੋਰ ਬਣਾਉਣ ਲੱਗਿਆ, ਇੱਥੇ ਆਪਣੇ ਕੋਲੋਂ ਕੋਈ ਨਾ ਕੋਈ ਰਜਿਸਟੈਂਸ ਮੰਨ ਲਓ 3 ਓਹਮ। ਜਦੋਂ 3 ਓਹਮ ਆਇਆ, ਮੈਂ ਯਾਦ ਰੱਖਣ ਵਾਸਤੇ ਲਿਖ ਲੈਣਾ, ਪਹਿਲਾਂ ਮੇਰਾ ਕਰੰਟ ਆਇਆ ਸੀਗਾ, ਕਿੰਨਾ ਆਇਆ ਸੀਗਾ, 10 ਐਂਪੀਅਰ ਆਇਆ ਸੀ, ਜਿਹੜਾ ਆ ਹੈਗਾ। ਹੁਣ ਜਦੋਂ ਨਵੀਂ ਰਜਿਸਟੈਂਸ ਜੁੜ ਗਈ ਤਾਂ ਨਵਾਂ ਰਜਿਸਟੈਂਸ ਆਪਾਂ ਨੂੰ ਨਵੀਂ ਰਜਿਸਟੈਂਸ ਕੱਢਣੀ ਪਊ ਨਾ ਟੋਟਲ। ਤਾਂ ਸਭ ਤੋਂ ਪਹਿਲਾਂ ਸੋਲਵ ਕਰਾਂਗੇ ਅਸੀਂ ਇਹਨਾਂ ਦੋਨਾਂ ਨੂੰ ਸੋਲਵ ਕੀਤਾ ਅਸੀਂ 6 ਗੁਣਾ 3, 6 + 3 ਕਿੰਨਾ ਆਉਂਦਾ ਹੁੰਦਾ, ਇਹਦਾ 2 ਆਉਂਦਾ, 18 ਹੇਠ 9, 2 ਆ ਗਿਆ ਨਾ। ਤਾਂ 2 ਨੂੰ ਇੱਧਰਲੇ ਪਾਸੇ ਆ ਗਿਆ ਸਾਡਾ 2, ਅਤੇ ਇੱਥੇ ਕਿੰਨਾ ਲੱਗਿਆ ਹੋਇਆ, ਇੱਥੇ 5। ਤਾਂ ਹੁਣ ਇਹ ਗੱਲ ਦੱਸੋ ਜੀ, ਆਪਾਂ ਇੱਥੇ ਕੱਢਣਾ ਨਾ ਕਰੰਟ, ਟੋਟਲ ਕਰੰਟ ਹੀ ਕੱਢਣਾ ਨਾ ਆਪਾਂ, ਜਿੰਨਾ ਵੀ ਆਊਗਾ ਇੱਧਰੋਂ ਅਤੇ ਇੱਧਰੋਂ ਵੰਡ ਕੇ ਇੱਥੇ ਆਊਗਾ ਨਾ ਟੋਟਲ। ਤਾਂ ਹੁਣ ਸਾਡੇ ਕੋਲ ਇਹ ਕਿੰਨੇ ਦੀ ਲੱਗੀ ਹੋਈ ਸੀਗੀ, ਆਹ ਦੋਨਾਂ ਨੂੰ ਮਿਲਾ ਕੇ ਤਾਂ 2 ਸੀਗਾ, ਅਤੇ ਆਹ ਉੱਪਰ ਕਿੰਨੇ ਦੀ ਲੱਗੀ ਸੀਗੀ, 3 ਦੀ ਲੱਗੀ ਸੀਗੀ ਨਾ ਸਾਡੀ। ਹੁਣ ਸਾਡੇ ਕੋਲ ਕੁੱਲ ਕਿੰਨਾ ਆਏਗਾ, 3 ਅਤੇ 2 ਆਪਸ ਦੇ ਵਿੱਚ ਕਿਵੇਂ ਲੱਗੀਆਂ ਨੇ, ਸੀਰੀਜ਼ 'ਚ। ਤਾਂ ਟੋਟਲ ਰਜਿਸਟੈਂਸ ਕਿੰਨੀ ਆ ਗਈ ਸਾਡੀ, 5 ਓਹਮ। ਤਾਂ ਕਰੰਟ ਕੱਢਣਾ ਇੱਥੇ 90 ਨੂੰ ਆਪਾਂ ਡਿਵਾਈਡ ਕਰੋ 5 ਨਾਲ, ਕਿੰਨਾ ਆਊਗਾ, 18 ਐਂਪੀਅਰ। ਜਿਹੜਾ ਕਰੰਟ ਪਹਿਲਾਂ 10 ਐਂਪੀਅਰ ਸੀਗਾ, ਹੁਣ ਉਹ ਕਰੰਟ ਕਿੰਨਾ ਹੋ ਚੁੱਕਿਆ ਹੈਗਾ, 18 ਹੋ ਚੁੱਕਿਆ। ਕਿਉਂ? ਕਿਉਂਕਿ ਪੈਰਲਲ ਦੇ ਵਿੱਚ ਜਿੰਨੀਆਂ ਰਜਿਸਟੈਂਸਾਂ ਲਗਾਈ ਜਾਵਾਂਗੇ ਉਨੇ ਟੋਟਲ ਸਰਕਟ ਦੀ ਜਿਹੜੀ ਰਜਿਸਟੈਂਸ ਹੋਊਗੀ ਉਹ ਘਟੀ ਜਾਊ, ਅਤੇ ਕਰੰਟ ਜਿਹੜਾ ਸਾਡਾ ਟੋਟਲ ਹੋਊਗਾ ਉਹ ਵਧੀ ਜਾਊਗਾ। ਕਿਉਂਕਿ ਹਰੇਕ ਰਜਿਸਟੈਂਸ ਨੂੰ ਆਪਣਾ ਕੋਈ ਨਾ ਕੋਈ ਕਰੰਟ ਚਾਹੀਦਾ ਗਾ, ਅਤੇ ਉਹ ਕਰੰਟ ਇੱਧਰੋਂ ਲਈ ਜਾਊਗੀ। ਤਾਂ ਬੱਚਿਓ ਦੇਖੋ ਕਿੰਨਾ ਸੌਖਾ ਕੁਐਸਚਨ ਸੀਗਾ, ਕਲੀਅਰ ਹੋ ਗਈ ਨਾ ਗੱਲ। ਲਓ ਅਗਲੇ ਕੁਐਸਚਨ ਵੱਲ ਵੱਧਦੇ ਆਂਗੇ ਆਪਾਂ। ਜੇਕਰ ਇੱਕ ਹੋਰ ਰਜਿਸਟੈਂਸ R6 ਨੂੰ R1 ਦੇ ਪੈਰਲਲ ਵਿੱਚ ਚਿੱਤਰ ਅਨੁਸਾਰ ਲਗਾਇਆ ਜਾਵੇ, ਸਰਕਟ ਦੀ ਕੁੱਲ ਰਜਿਸਟੈਂਸ R6 ਨੂੰ ਲਗਾਉਣਾ, R1 ਕਿਤੇ ਇੱਥੇ, ਜਿੱਥੇ R6 ਲਗਾ ਦਿੱਤੀ ਜਾਵੇ। ਹੁਣ ਦੇਖੋ ਬੱਚੇ, ਇਹ ਵੀ ਤਾਂ ਪੈਰਲ ਦੇ ਵਿੱਚ ਲੱਗ ਰਹੀ ਹੈ ਨਾ। ਜੇ ਪੈਰਲ ਦੇ ਵਿੱਚ ਲੱਗ ਰਹੀ ਹੈਗੀ ਤਾਂ ਸਰਕਟ ਦੀ ਕੁੱਲ ਰਜਿਸਟੈਂਸ ਕੀ ਹੋਏਗੀ ਬੱਚਿਓ। ਜੋ ਪੈਰਲ ਦੇ ਵਿੱਚ ਆਪਾਂ ਕਿਸੇ ਵੀ ਸਰਕਟ ਦੇ ਪੈਰਲ 'ਚ ਰਜਿਸਟੈਂਸ ਲਗਾ ਦਿੰਦੇ ਹਾਂ ਤਾਂ ਕੀ ਹੋਏਗੀ, ਘਟੇਗੀ। ਰਜਿਸਟੈਂਸ ਹਮੇਸ਼ਾ ਘਟਦੀ ਹੁੰਦੀ ਹੈ ਪੈਰਲ 'ਚ ਲਗਾਉਣ ਨਾਲ। ਕਲੀਅਰ ਹੋ ਗਈ ਜੀ ਗੱਲ। ਇਹ ਪੈਰਲ 'ਚ ਲਾਉਣ ਨਾਲ ਘਟਦੀ ਹੁੰਦੀ ਹੈ। ਜੇ ਆਪਾਂ ਪੂਰੇ ਸਰਕਟ ਦੇ ਸੀਰੀਜ਼ 'ਚ ਲਗਾ ਦਿੰਦੇ, ਜਿਹੜਾ ਪੂਰਾ ਸਰਕਟ ਹੈਗਾ, ਆਹ ਪੂਰਾ ਸਰਕਟ ਇੱਕ ਆ, ਇਹਦੇ ਸੀਰੀਜ਼ 'ਚ ਇੱਥੇ ਲਗਾ ਦਿੰਦੇ, ਫਿਰ ਸਰਕਟ ਦੀ ਰਜਿਸਟੈਂਸ ਕੀ ਹੋਣੀ ਸੀ, ਵਧਣੀ ਸੀਗੀ। ਇਹ ਇੱਕ ਤੁਹਾਡਾ ਹੈਗਾ, ਮੈਂ ਤੁਹਾਨੂੰ ਇਹ ਕੁਐਸਚਨ ਦੇਣ ਲੱਗਿਆਗਾ, ਮੈਨੂੰ ਕਮੈਂਟ ਦੇ ਵਿੱਚ ਤੁਸੀਂ ਦੱਸਣਾ ਗਾ, ਜਿਹੜਾ ਕਮੈਂਟ 'ਚ ਆਨਸਰ ਕਰਨਾ ਬੱਚਿਓ, ਕਿ ਇਹ ਸਰਕਟ ਦੀ ਕੁੱਲ ਰਜਿਸਟੈਂਸ ਕਿੰਨੀ ਬਣਦੀ ਹੈਗੀ, ਅਤੇ ਜੇ ਆਪਾਂ ਆਹ 100 ਦੇ ਪੈਰਲ ਦੇ ਵਿੱਚ 100 ਲਗਾ ਦਈਏ ਫਿਰ ਕਿੰਨੀ ਬਣਦੀ ਹੈ। ਠੀਕ ਹੈ, ਚਲੋ ਅਗਲਾ ਕੁਐਸਚਨ ਦੇਖੋ। ਇਹ ਅਗਲੀ ਵਾਰੀ ਤੁਹਾਨੂੰ ਇੱਥੋਂ ਕੁਐਸਚਨ ਤੋਂ ਸਟਾਰਟ ਕਰੂੰਗੀ, ਇਹਦੀ ਟੋਟਲ ਰਜਿਸਟੈਂਸ ਕਿੰਨੀ ਹੁੰਦੀ ਹੈਗੀ। ਅਗਲਾ ਜਿਹੜਾ ਵੀਡੀਓ ਬਣਾਵਾਂਗੇ ਆਪਾਂ। ਹੁਣ ਅੱਗੇ ਦੇਖੋ, ਆਹ ਕਹਿੰਦਾ ਅਗਲਾ ਕੁਐਸਚਨ, ਚਿੱਤਰ ਅਨੁਸਾਰ ਕਿਹੜੀ ਰਜਿਸਟੈਂਸ ਪੈਰਲ ਵਿੱਚ ਲੱਗੀ ਹੋਈ ਹੈ ਬੱਚਿਓ। ਪੈਰਲ 'ਚ ਕਿਹੜੀ ਰਜਿਸਟੈਂਸ ਹੈਗੀ, R1 ਹੈਗੀ ਕਿ R1 ਅਤੇ R2 ਆ। R1 ਅਤੇ R2 ਕਿੱਥੇ ਆ, R1 ਅਤੇ R2। ਪੈਰਲ ਦੇ ਵਿੱਚ ਹੋਣ ਵਾਸਤੇ ਕੀ ਹੋਣਾ ਚਾਹੀਦਾ, ਦੋਨੇ ਸਿਰੇ ਜੁੜੇ ਹੋਏ ਹੋਣੇ ਚਾਹੀਦੇ ਆ। ਕਿ ਆ ਦੋਨੇ, ਆਹ ਸਿਰਾ ਇਹ ਸਿਰੇ ਨਾਲ ਜੁੜਿਆ ਹੋਇਆ, ਬਿਲਕੁਲ ਠੀਕ ਆ, ਜੁੜੇ ਹੋਏ ਨੇਗੇ। ਪਰ ਕੀ ਆ ਹੇਠਾਂ ਵਾਲਾ ਸਿਰਾ ਜਿਹੜਾ, ਉਹ ਆਹ ਹੇਠਾਂ ਵਾਲੇ ਸਿਰੇ ਨਾਲ ਜੁੜਿਆ ਹੋਇਆ ਸਿੱਧਾ ਨਹੀਂ, ਉਹਦੇ ਵਿਚਕਾਰ ਤਾਂ ਕਿੰਨੀਆਂ ਰਜਿਸਟੈਂਸਾਂ ਪਈਆਂ ਨੇਗੀਆਂ।
ਜੇ ਆਹ ਪੂਰਾ ਸਰਕਟ ਨਾ ਹੁੰਦਾ, ਆਹ ਸਰਕਟ ਜਿਹੜਾ ਹੈਗਾ ਉਹ ਨਾ ਹੀ ਹੁੰਦਾ, ਆਹ ਇੰਨਾ ਆਹ ਨਾ ਹੁੰਦਾ ਇੱਥੇ, ਤੇ ਜਿਹੜੀ ਆਹ ਲਾਈਨ ਆ ਗਈ ਸਿੱਧੀ, ਆਹ ਲਾਈਨ ਆ ਕੇ ਇੱਥੇ ਐਂ ਜੁੜ ਜਾਂਦੀ ਸਿੱਧੀ, ਫਿਰ ਆਹ R2 ਤੇ R1 ਪੈਰਲ 'ਚ ਹੋਣੇ ਸੀਗੇ, ਤਾਂ R1 ਤੇ R2 ਤਾਂ ਹੈ ਨਹੀਂਗੇ ਪੈਰਲ 'ਚ। ਤਾਂ ਫਿਰ ਹੁਣ ਕੀ ਹੈਗਾ ਦੇਖ ਲੈਂਦੇ ਹੈਗੇ, ਅੱਗੇ ਚਲੋ। R4 ਤੇ R5, R4 ਕਿੱਥੇ ਆ, R4 ਤੇ R5 ਕਿਵੇਂ ਲੱਗੇ ਹੋਏ ਰਾਜੇ ਆਪਸ 'ਚ, ਲੜੀ ਨਹੀਂ ਹੈਗੀ ਇਹ ਤਾਂ, ਜਿੱਥੇ ਇੱਕ ਰੈਜ਼ਿਸਟੈਂਸ ਖਤਮ ਹੋ ਰਿਹਾ ਉੱਥੇ ਦੂਜਾ ਜੁੜਿਆ ਹੋਇਆ, ਤਾਂ ਵੀ ਗਲਤ ਹੋ ਗਿਆ। R4 ਤੇ R3, R4 ਤੇ R3, R4 ਤੇ R3 ਕੀ ਇਹ ਪੈਰਲ 'ਚ ਹੈਗੇ ਨੇ, ਉੱਪਰਲੇ ਸਿਰੇ ਤਾਂ ਜੁੜੇ ਹੋਏ ਨੇਗੇ, ਪਰ ਜਿਹੜਾ ਹੇਠ ਵਾਲਾ ਸਿਰਾ ਹੈਗਾ ਕੀ ਆਹ ਰੈਜ਼ਿਸਟੈਂਸ ਨਾਲ ਇੱਦਾਂ ਕਰਕੇ ਜੁੜਿਆ ਕਿ ਵਿਚਕਾਰ ਕੋਈ ਰੈਜ਼ਿਸਟੈਂਸ ਪਈ ਹੈਗੀ। ਇਹਦਾ ਮਤਲਬ ਕੀ ਹੈਗਾ, ਇਹ ਵੀ ਨਹੀਂ ਹੈਗੇ ਪੈਰਲ 'ਚ, R1 ਤੇ R2 ਵੀ ਨਹੀਂ ਹੈਗੇ, ਇੱਕੋ ਹੀ ਰੈਜ਼ਿਸਟੈਂਸ ਬਚਦੀ ਹੈਗੀ R1 ਰੈਜ਼ਿਸਟੈਂਸ ਆ ਜਿਹੜੀ ਇਹ ਪੈਰਲ 'ਚ ਆ। ਕਿਹਦੇ ਪੈਰਲ 'ਚ ਆ ਪਤਾ, ਇਹ ਦੇਖੋ ਕਿਹਦੇ, ਸਪਲਾਈ ਦੇ ਪੈਰਲ 'ਚ। ਇੱਥੇ ਜੇ ਮੰਨ ਲਓ ਇੱਥੇ 100 ਵੋਲਟ ਲੱਗਿਆ ਹੁੰਦਾ ਹੈ ਨਾ, ਤਾਂ ਆਪਾਂ ਕਹਿੰਦੇ ਵੀ ਇੱਥੇ ਵੀ ਵੋਲਟੇਜ ਕਿੰਨੀ ਆ ਰਹੀ ਹੈ, 100 ਆ ਰਹੀ ਆ, ਤਾਂ ਜੇ ਕਰੰਟ ਕੱਢਣਾ ਤਾਂ 100 ਨੂੰ 100 ਨਾਲ ਡਿਵਾਈਡ ਕਰਕੇ ਇੱਥੇ ਕੰਪੇਅਰ ਕਰੰਟ ਆ ਜਾਂਦਾ। ਕਲੀਅਰ ਹੋ ਗਈ ਰਾਜੇ ਗੱਲ। ਚਲੋ ਅੱਗੇ ਚਲੋ, ਤੁਸੀਂ ਇਹ ਕੁਐਸਚਨ ਨੂੰ ਆਪ ਸੋਲਵ ਕਰਨਾ ਰਾਜੇ। ਤੁਸੀਂ ਜਦੋਂ ਇਹਨੂੰ ਸੋਲਵ ਕਰੋਗੇ ਨਾ, ਸਭ ਤੋਂ ਪਹਿਲਾਂ ਇਹਨਾਂ ਨੂੰ ਦੋਨਾਂ ਨੂੰ, ਇਹਨੂੰ ਤੇ ਇਹਨੂੰ ਦੋਨੇ ਆਪਸ ਦੇ ਵਿੱਚ ਸੀਰੀਜ਼ ਨੇ, ਇਹਨੂੰ ਸੀਰੀਜ਼ ਸੋਲਵ ਕਰਕੇ ਜੋੜ ਲਿਓ। 50 ਤੇ 30 80 ਹੁੰਦੇ ਨੇ ਨਾ। ਫਿਰ ਉਸ ਤੋਂ ਬਾਅਦ ਇਹ ਪੂਰਾ ਇੱਕ ਜੋ ਸਰਕਟ ਬਣ ਗਿਆ, ਇਹਨੂੰ ਆਹ ਪੂਰੇ ਸਰਕਟ ਨੂੰ 80 ਨੂੰ ਤੇ ਆਹ 50 ਨੂੰ ਆਪਸ ਦੇ ਵਿੱਚ ਪੈਰਲ 'ਚ ਸੋਲਵ ਕਰ ਲਿਓ। ਜਦੋਂ ਇਹ ਸੋਲਵ ਹੋ ਗਿਆ ਉਸ ਤੋਂ ਬਾਅਦ ਆਹ 60 ਤੇ ਹੇਠਾਂ ਵਾਲਾ ਇਹ ਸੀਰੀਜ਼ 'ਚ ਹੋ ਜਾਊਗਾ, ਫਿਰ ਆਹ ਤੇ ਆਹ ਦੋਨੇ ਪੈਰਲ 'ਚ ਹੋ ਜਾਣਗੇ। ਇੱਦਾਂ ਕਰਕੇ ਇਹ ਸੋਲਵ ਹੋ ਜਾਊਗਾ। ਠੀਕ ਹੈ ਬੱਚਿਓ, ਕਰਕੇ ਦੇਖਣਾ ਹੈਗਾ ਇਹਨੂੰ, ਨਹੀਂ ਮੈਂ ਕਰਵਾਤਾ ਮੈਂ ਦੇਵਾਂਗਾ। ਅੱਗੇ ਦੇਖੋ, ਉਪਰੋਕਤ ਚਿੱਤਰ ਅਨੁਸਾਰ ਕਿਹੜੀ ਰਜਿਸਟੈਂਸ ਸੀਰੀਜ਼ ਵਿੱਚ ਲੱਗੀ ਹੋਈ ਹੈ। ਕਿਹੜੀ ਯਾਰ, ਇਹ ਸਾਫ਼ ਦੇਖ ਰਿਹਾ ਵੈਸੇ ਤਾਂ ਆਹ ਦੋਨੇ ਸੀਰੀਜ਼ 'ਚ ਨਹੀਂ ਹੈ। ਤਾਂ ਦੇਖੋ R1 ਤੇ R2 ਕਹਿੰਦਾ, ਉਹ R1 ਤੇ R2 ਇਹ ਤਾਂ ਸੀਰੀਜ਼ 'ਚ ਹੈ ਨਹੀਂ ਹੈ, ਕਿਉਂਕਿ ਜਿੱਥੇ ਇੱਕ ਖਤਮ ਹੁੰਦੀ ਹੈ ਉੱਥੋਂ ਥੋੜ੍ਹਾ ਦੂਜੀ ਲੱਗੀ ਹੋਈ। ਜਾਂ ਫਿਰ ਆਪਾਂ ਐਂ ਕਹਿ ਲਈਏ ਵੀ ਜਿੱਥੇ ਆਹ ਖਤਮ ਹੋਈ ਸੀਗੀ, ਜਿੱਥੇ ਆਹ ਖਤਮ ਹੋਈ ਸੀ ਉੱਥੇ ਆਹ ਥੋੜ੍ਹਾ ਲੱਗੀ ਆ ਵਿਚਕਾਰ, ਤਾਂ ਵੀ ਆਹ ਪਾਥ ਆ ਗਿਆ। ਵਿਚਕਾਰ ਕੁਛ ਆਉਣਾ ਨਹੀਂ ਚਾਹੀਦਾ, ਜਿੱਥੇ ਆਹ ਰਜਿਸਟੈਂਸ ਅੱਗੇ ਪਾਸੇ ਬਸ ਆਹ ਦੂਜੀ ਜੁੜੀ ਹੋਵੇ, ਇੱਧਰ ਕੋਈ ਇੱਦਾਂ ਕੁਛ ਹੋਰ ਨਾ ਲਾਈਨ ਨਾ ਕੋਈ ਜੁੜਦੀ ਹੋਵੇ ਰਾਹ 'ਚ। ਤਾਂ ਉਸ ਤੋਂ ਬਿਨਾਂ ਦੇਖੋ ਕਿਹੜਾ ਕਹਿੰਦਾ ਹੈਗਾ, ਇਹ R4 ਤੇ R5 ਆ, R4 ਤੇ R5 ਕਿਹੜਾ, ਹਾਂ ਇਹ ਠੀਕ ਆ, ਇਹ ਸੀਰੀਜ਼ 'ਚ ਨਹੀਂ। R2 ਤੇ R4 R2 ਤੇ R4 ਨਹੀਂ, ਇਹ ਨਹੀਂ ਹੈਗੇ। ਕਲੀਅਰ ਹੋ ਗਈ ਜੀ। ਤਾਂ ਇਹ ਉਹ ਕੁਐਸਚਨ ਸੀਗੇ। ਹੁਣ ਜਿੱਦਾਂ ਕਿ ਇਹ ਕੁਐਸਚਨ ਹੈਗਾ, ਇਸ ਕੁਐਸਚਨ ਦੇ ਵਿੱਚ ਇਹਨੇ ਕਿਹਾ ਕਿ ਦੋ ਰੈਜ਼ਿਸਟੈਂਸਿਸ 9 ਓਹਮ ਅਤੇ 36 ਓਹਮ ਦੇ ਪੈਰਲ ਵਿੱਚ ਜੁੜੇ ਹੋਏ ਹਨ। ਮਤਲਬ ਇੱਕ ਰੈਜ਼ਿਸਟੈਂਸ ਹੈਗੀ ਹੈ 9 ਓਹਮ ਦੀ, ਇੱਕ ਰੈਜ਼ਿਸਟੈਂਸ ਹੈਗੀ ਹੈ 36 ਓਹਮ ਦੀ। ਇਹ ਦੋਨੇ ਜਿਹੜੇ ਆ ਉਹ ਪੈਰਲ 'ਚ ਜੁੜੇ ਹੋਏ ਆ। ਤਾਂ ਕੁੱਲ ਰੈਜ਼ਿਸਟੈਂਸ ਦੱਸਣੀ ਹੈ ਕੀ ਹੋਏਗੀ। ਠੀਕ ਹੈ, ਕੱਢ ਸਕਦੇ ਨਾ ਆਪਾਂ, ਕੀ ਹੋਏਗਾ। ਹੁਣ ਇਹਦੇ ਵਿੱਚ ਆਪਾਂ ਕੈਲਕੂਲੇਸ਼ਨ ਸਿੱਖਣੀ ਆ ਵੀ ਕਿਵੇਂ ਕਰਨੀ ਹੈਗੀ। ਦੇਖੋ ਉਹਨੇ ਕਿਹਾ R1 ਗੁਣਾ R2, R1 ਪਲੱਸ R2, ਇਹੀ ਫਾਰਮੂਲਾ ਨਾ ਆਪਾਂ ਪੜ੍ਹਿਆ ਹੈਗਾ। ਤਾਂ ਉੱਪਰਲੇ ਪਾਸੇ R1 36 ਗੁਣਾ 9, ਨੀਚੇ 36 ਪਲੱਸ 9। ਇੱਕ ਕੰਮ ਤੁਸੀਂ ਇਹ ਨਹੀਂ ਕਰਨਾ ਬੱਚੇ, ਪਹਿਲਾਂ 36 ਨੂੰ 9 ਦੇ ਨਾਲ ਗੁਣਾ ਕਰਨ ਲੱਗ ਜਾਓ। ਗੁਣਾ ਕਰਦੇ ਨਹੀਂ ਕਰਨੀ ਹੁੰਦੀ ਹੈਗੀ। ਹਾਂ 36 ਨੂੰ 9 ਦੇ ਵਿੱਚ ਪਲੱਸ ਜ਼ਰੂਰ ਕਰ ਲਓ। ਪਲੱਸ ਕਰਕੇ ਸਾਡੇ ਕੋਲੇ ਜਿਹੜਾ ਆਊਗਾ ਇਹ ਆਊਗਾ 45, 45 ਆ ਗਿਆ। ਉੱਪਰ ਰਹਿ ਗਿਆ ਸਾਡੇ ਕੋਲੇ 36 ਗੁਣਾ 9। ਹੁਣ ਇਹ ਕੱਟ ਸਕਦਾ, 9 ਨੂੰ ਇਹਦੇ ਨਾਲ ਕਰਾਂਗੇ ਆਪਣੇ ਕੋਲੇ 5 ਆ ਗਿਆ, ਤਾਂ ਸਾਡਾ ਆ ਗਿਆ 36/5। ਹੁਣ ਇਹਨੂੰ ਸੋਲਵ ਕਿਵੇਂ ਕਰਾਂਗੇ ਆਪਾਂ, 36 ਨੂੰ ਤਾਂ ਆਪਾਂ ਬਟੇ ਦੇ ਅੰਦਰ ਪਾ ਦਾਂਗੇ, ਆਪਾਂ ਵੰਡ ਕਰਨ ਵਾਸਤੇ 5 ਬਾਹਰ ਰੱਖ ਲਾਂਗੇ। ਤਾਂ 5 ਨੂੰ ਆਪਾਂ ਕਰਾਂਗੇ 7 ਨਾਲ, ਸਾਡਾ ਆ ਗਿਆ 35। ਉਸ ਤੋਂ ਬਾਅਦ 1 ਆ ਗਿਆ, ਠੀਕ ਹੈ, ਬਾਰੇ 0 ਆ ਗਈ। ਉਸ ਤੋਂ ਬਾਅਦ ਆ ਗਿਆ ਪੁਆਇੰਟ ਲਾ ਕੇ 7.2। ਤਾਂ ਸਾਡਾ ਆਨਸਰ ਬਣਦਾ ਜੀ 7.2। ਦੇਖ ਲਓ ਆ ਪਿਆ ਹੈਗਾ ਆੜਾ 7.2, ਆਨਸਰ ਆ ਗਿਆ 7.2। ਤਾਂ ਇੱਦਾਂ ਇਹ ਕੁਐਸਚਨ ਜਿਹੜੇ ਹੈਗੇ ਉਹ ਸੋਲਵ ਹੁੰਦੇ ਹੈਗੇ। ਠੀਕ ਹੈ ਜੀ। ਤਾਂ ਜੇ ਤੁਹਾਨੂੰ ਇਹ ਵੀਡੀਓ ਅੱਜ ਦੀ ਪਸੰਦ ਆਈ ਹੈਗੀ, ਜਾਂ ਫਿਰ ਇਹ ਕਹਿ ਲਓ ਵੀ ਤੁਹਾਨੂੰ ਇਹ ਟੌਪਿਕ ਸਮਝ ਆਏਗਾ, ਤਾਂ ਇੱਦਾਂ ਅਸੀਂ ਪੂਰੀ ਇਲੈਕਟ੍ਰੀਕਲ ਇੰਜੀਨੀਅਰਿੰਗ ਹੈ ਜਿਹੜੀ ਉਹ ਇਸੇ ਤਰੀਕੇ ਨਾਲ ਤੁਹਾਨੂੰ ਐਗਜ਼ਾਮਪਲਾਂ ਦੇ ਕੇ ਸੌਖਾ ਕਰਕੇ ਸਮਝਾ ਦੇਣੀ ਹੈਗੀ। ਤਾਂ ਜਿਹੜੇ ਸਟੂਡੈਂਟਸ ਨੂੰ ਇਹ ਕੋਰਸ ਸਮਝ ਆ ਰਿਹਾ ਹੈਗਾ, ਕੁਐਸਚਨਾਂ ਦੇ ਵਿੱਚ ਇੰਟਰਸਟ ਬਣ ਰਿਹਾ ਹੈਗਾ, ਇਲੈਕਟ੍ਰੀਕਲ ਇੰਜੀਨੀਅਰਿੰਗ ਨੂੰ ਸਿੱਖਣਾ ਚਾਹੁੰਦੇ ਨੇਗੇ, ਉਹ ਸਾਡਾ ਇਹ ਕੋਰਸ ਔਨਲਾਈਨ ਤੁਸੀਂ ਖਰੀਦ ਸਕਦੇ ਹੋਗੇ। ਬਹੁਤੀ ਜਾਣਕਾਰੀ ਵਾਸਤੇ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਲਿਖੇ ਹੋਏ ਆ, ਉਹਨਾਂ ਦੇ ਉੱਪਰ ਕਾਲ ਕਰ ਸਕਦੇ ਹੋਗੇ। ਸਾਡੇ ਇੱਕ WhatsApp ਗਰੁੱਪ ਵੀ ਬਣਾਇਆ ਹੋਇਆ ਜਿਹਦੇ ਵਿੱਚ ਅਸੀਂ ਟਾਈਮ ਟੂ ਟਾਈਮ ਇਨਫੋਰਮੇਸ਼ਨ ਦਿੰਦੇ ਰਹਿੰਦੇ ਹੈਗੇ, ਸਾਡੇ ਕੋਰਸ ਬਾਰੇ ਵੀ, ਅਤੇ ਜਿਹੜੀ ਆਉਣ ਵਾਲੀ ਪੋਸਟਾਂ ਨੇ ਏਲਮ ਦੀਆਂ ਉਹਦੇ ਬਾਰੇ ਵੀ, ਅਤੇ ਕੁਛ ਜ਼ਰੂਰੀ ਜਿਹੜੇ ਸਹਾਇਕ ਨੋਟਸ ਨੇਗੇ ਉਹਨਾਂ ਬਾਰੇ ਵੀ ਅਸੀਂ ਦੱਸਦੇ ਰਹਿੰਦੇ ਹੈਗੇ। ਜਿਨ੍ਹਾਂ ਨੇ ਕੋਰਸ ਲੈਣਾ ਹੈਗਾ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਹੈਗੇ। ਧੰਨਵਾਦ।